नमस्कार आदाब सत श्री अकाल हमदर्द टीवी देखने वाले सारे दर्शकों का स्वागत है प्रोग्राम इमीग्रेशन मैटर्स ਦੇ ਵਿੱਚ ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ। ਸੋ ਅੱਜ ਅਸੀਂ ਗੱਲਬਾਤ ਕਰਾਂਗੇ ਜੀ ਜਦੋਂ ਕੈਨੇਡਾ ਦੀ ਇਮੀਗ੍ਰੇਸ਼ਨ ਦੀ ਗੱਲ ਆਉਂਦੀ ਹੈ ਤਾਂ ਰਿਫਿਊਜੀਜ਼ ਦੇ ਲਈ ਵੀ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਖੁੱਲੇ ਜਿਹੜੀਆਂ ਬਾਹਾਂ ਦੇ ਨਾਲ ਕਹਿੰਦੇ ਸਵੀਕਾਰ ਕੀਤਾ ਜਾਂਦਾ ਹੈ। ਅਜਿਹੇ ਵਿੱਚ ਰਿਫਿਊਜੀਜ਼ ਦੇ ਲਈ ਵੀ ਕਾਫੀ ਓਪਰਚੁਨਿਟੀਜ਼ ਹੁੰਦੀਆਂ ਨੇ, ਪਰ ਰਿਫਿਊਜੀ ਦੀ ਜਦੋਂ ਗੱਲ ਆਉਂਦੀ ਹੈ ਰਿਫਿਊਜੀ ਦਾ ਸਟੇਟਸ ਲੈਣਾ ਕਿੰਨਾ ਕੁ ਸੌਖਾ ਹੈ, ਕਿਵੇਂ ਅਪਲਾਈ ਕੀਤਾ ਜਾਂਦਾ। ਬੀਤੇ ਦਿਨੀ ਖਬਰਾਂ ਵੀ ਕਾਫੀ ਸਾਹਮਣੇ ਹੋਈਆਂ ਨੇ ਕਿ ਨਿਊਯਾਰਕ ਤੋਂ ਕਾਫੀ ਰਿਫਿਊਜੀਜ਼ ਜਿਹੜੇ ਇਸ ਵਕਤ ਕੈਨੇਡਾ ਆ ਰਹੇ ਨੇ, ਬਾਰਡਰ ਪਾਰ ਕਰ ਰਹੇ ਨੇ। ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਕੈਨੇਡਾ ਵਿੱਚ ਰਿਫਿਊਜੀਆਂ ਦੇ ਭਵਿੱਖ ਦੇ ਬਾਰੇ ਵਿੱਚ। ਇਸ ਤੋਂ ਇਲਾਵਾ ਅਸੀਂ ਗੱਲਬਾਤ ਕਰਾਂਗੇ ਜਿਹੜੇ ਲੇਟੈਸਟ ਡਰਾ ਨਿਕਲੇ ਨੇ ਉਹਨਾਂ ਦੇ ਬਾਰੇ ਵਿੱਚ। ਤੇ ਜੇਕਰ ਤੁਸੀਂ ਪੀਆਰ ਹੋ ਜਾਂਦੇ ਹੋ ਤਾਂ ਕੈਨੇਡਾ ਵਿੱਚ ਤਾਂ ਕੀ ਤੁਸੀਂ ਇੱਕ ਪ੍ਰੋਵਿੰਸ ਨੂੰ ਛੱਡ ਕੇ ਦੂਜੀ ਪ੍ਰੋਵਿੰਸ ਵਿੱਚ ਜਾ ਸਕਦੇ ਹੋ। ਜੇਕਰ ਅਸੀਂ ਪੀਆਰ ਕਹਿੰਦੇ ਹਾਂ, ਜਿਵੇਂ ਬਹੁਤ ਸਾਰੇ ਲੋਕ ਨੇ ਸਸਕੈਚੁਅਨ ਦੇ ਵਿੱਚ ਮੂਵ ਹੋ ਜਾਂਦੇ ਆ, ਉੱਥੇ ਪੀਆਰ ਲੈਂਦੇ ਨੇ, ਜਾਂ ਫਿਰ ਕਈ ਹੋਰ ਪ੍ਰੋਵਿੰਸਸ ਦੇ ਵਿੱਚ ਉੱਥੇ ਰੂਲਸ ਨੂੰ ਦੇਖਦੇ ਹੋਏ ਪੀਆਰ ਲੈਂਦੇ ਨੇ, ਤੇ ਉਸ ਤੋਂ ਬਾਅਦ ਕੀ ਪੀਆਰ ਲੈਣ ਤੋਂ ਬਾਅਦ ਤੁਸੀਂ ਮੂਵ ਕਰ ਸਕਦੇ ਹੋ ਜਾਂ ਤੁਹਾਨੂੰ ਇੱਕ ਲਿਮਿਟਿਡ ਟਾਈਮ ਪੀਰੀਅਡ ਲਈ ਉੱਥੇ ਰਹਿਣਾ ਵੀ ਪੈਣਾ ਆ। ਸੋ ਅਜਿਹੇ ਬਹੁਤ ਸਾਰੇ ਸਵਾਲ ਨੇ ਅੱਜ ਇਹਨਾਂ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਜਾਏਗੀ। ਸਾਡੇ ਨਾਲ ਗੱਲਬਾਤ ਕਰਨ ਲਈ ਜੁੜ ਚੁੱਕੇ ਨੇ ਜੀ ਆਈਸੀਸੀ ਇਮੀਗ੍ਰੇਸ਼ਨ ਤੋਂ ਮਿਸਟਰ ਮਨੂ ਦੱਤਾ ਜੀ। ਸਵਾਗਤ ਹੈ ਸਰ। ਤਰਨ ਜੀ, ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ ਐਮਡੀ ਮਨੂ ਦੱਤਾ ਐਂਡ ਆਰਡੀ ਰਿਪੁਦਮਨ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ 에ਅਰ। ਕੀ ਹਾਲ ਚਾਲ ਸਰ? ਆਲ ਗੁੱਡ ਤਰਨ ਜੀ, ਥੈਂਕ ਯੂ। ਇਮੀਗ੍ਰੇਸ਼ਨ ਦੀ ਜਦੋਂ ਗੱਲ ਆਉਂਦੀ ਹੈ ਨਾ, ਕੈਨੇਡਾ ਕਾਫੀ ਇਸ ਚੀਜ਼ ਨੂੰ ਲੈ ਕੇ ਲੀਨੀਅੰਟ ਹੈ ਕਿ ਕਬੂਲ ਕਰਦਾ ਹੈ ਰਿਫਿਊਜੀਜ਼ ਨੂੰ। ਬਹੁਤ ਹੀ ਵਾਰੀ ਲੋਕ ਜਦੋਂ ਆਪਾਂ ਕੋਈ ਪ੍ਰੋਗਰਾਮ ਕਰਦੇ ਹਾਂ ਉਦੋਂ ਡਿਸਕਸ਼ਨ 'ਚ ਇਹ ਵੀ ਆਉਂਦਾ ਹੈ ਕਿ ਰਿਫਿਊਜੀਜ਼ ਨੂੰ ਇੰਨੀ ਵੱਡੀ ਗਿਣਤੀ 'ਚ ਇੱਥੇ ਬੁਲਾਇਆ ਜਾ ਰਿਹਾ, ਬੋਝ ਬਣਦੇ ਨੇ ਇਕਨੋਮੀ ਦੇ ਉੱਤੇ, ਸਾਡੇ ਉੱਤੇ, ਟੈਕਸ ਪੇਅਰਸ ਦੇ ਉੱਤੇ। ਸੋ ਸਭ ਤੋਂ ਪਹਿਲਾਂ ਤਾਂ ਦੱਸੋ ਕਿ ਕੈਨੇਡਾ ਰਿਫਿਊਜੀਜ਼ ਕੀ ਇਕੱਲਾ ਕੈਨੇਡਾ ਹੀ ਹੈ ਜਿਹੜਾ ਰਿਫਿਊਜੀਜ਼ ਨੂੰ ਐਕਸੈਪਟ ਕਰਦਾ ਜਾਂ ਹੋਰ ਕੰਟਰੀਜ਼ ਵੀ ਕਰਦੀਆਂ ਨੇ? ਓਕੇ ਤਰਨ ਜੀ, ਜਿੰਨੀਆਂ ਵੀ ਅੱਛੀ ਕੰਟਰੀਜ਼ ਹੈਗੀਆਂ, ਜਿਹੜੀਆਂ ਐਸਟੈਬਲਿਸ਼ ਕੰਟਰੀਜ਼ ਹੈਗੀਆਂ, ਉਹ ਨਾਰਮਲੀ ਰਿਫਿਊਜੀਜ਼ ਨੂੰ ਐਕਸੈਪਟ ਕਰਦੀਆਂ ਹੈਗੀਆਂ। ਉਹਨਾਂ ਨੇ ਹਰ ਇੱਕ ਨੇ ਕੋਟਾ ਰੱਖਿਆ ਹੁੰਦਾ ਤੇ ਨਾਰਮਲੀ ਇਹ ਜਿਹੜੇ ਰਿਫਿਊਜੀਜ਼ ਹੈਗੇ ਦੇ ਯੂਨਾਈਟਿਡ ਨੇਸ਼ਨਸ ਦੇ ਥਰੂ ਉਹਨਾਂ ਦੇ ਕੇਸਿਸ ਅਪਰੂਵ ਹੋ ਕੇ ਉਹ ਕੈਨੇਡਾ ਜਾਂ ਹਰ ਇੱਕ ਕੰਟਰੀਜ਼ ਐਕਸੈਪਟ ਕਰਦੀਆਂ। ਬਟ ਉਹਦੇ ਨਾਲ ਨਾਲ ਯੂਐਨ ਦੇ ਵਾਲੇ ਰਿਫਿਊਜੀਜ਼ ਤੇ ਆਉਂਦੇ ਹੀ ਆਉਂਦੇ ਨੇ। ਉਸ ਤੋਂ ਇਲਾਵਾ ਵੀ ਕਈ ਵਾਰੀ ਰੋਕੀ ਆ ਕੇ ਆਪਣਾ ਰਿਫਿਊਜੀ ਕੇਸ ਲਗਾ ਲੈਂਦੇ ਨੇ ਕਿ ਸਾਨੂੰ ਮੇਰੀ ਕੰਟਰੀ ਦੇ ਵਿੱਚ ਡਰ ਹੈਗਾ, ਪੈ ਹੈਗਾ, ਕਤਲ ਹੋ ਸਕਦਾ ਮੇਰਾ ਜਾਂ ਮਾਰ ਕੁਟਾਈ ਹੋ ਸਕਦੀ ਹੈ। ਸੋ ਉਸ ਚੱਕਰ ਦੇ ਵਿੱਚ ਵੀ ਜਾਂ ਕਈ ਵਾਰੀ ਕੋਈ ਫੈਮਿਲੀ ਸਰਕਮਸਟੈਂਸਿਸ ਇਹੋ ਜਿਹੇ ਬਣੇ ਹੁੰਦੇ ਨੇ, ਘਰ ਦੇ ਵਿੱਚ ਕਿਸੇ ਦਾ ਇਹੋ ਜਿਹੇ ਸਿਨੈਰੀਓ ਹੋਇਆ ਹੁੰਦਾ, ਮੋਲੈਸਟੇਸ਼ਨਸ ਵਗੈਰਾ, ਉਹ ਸਾਰੀ ਚੀਜ਼ਾਂ ਨੂੰ ਲੈ ਕੇ, ਉਹ ਸਿਨੈਰੀਓਜ਼ ਨੂੰ ਲੈ ਕੇ ਰਿਫਿਊਜੀ ਫਾਈਲ ਕੀਤਾ ਜਾ ਸਕਦਾ। ਤੁਸੀਂ ਜਿਸ ਤਰ੍ਹਾਂ ਕਿਹਾ ਕਿ ਕੈਨੇਡਾ ਐਕਸੈਪਟ ਕਰਦਾ, ਕੈਨੇਡਾ ਦਾ ਤਕਰੀਬਨ 40,000 ਐਪਲੀਕੈਂਟਸ ਦਾ ਟਾਰਗੇਟ ਹਰ ਸਾਲ ਦਾ ਹੈਗਾ ਰਿਫਿਊਜੀਜ਼ ਐਕਸੈਪਟ ਕਰਨ ਦਾ। ਠੀਕ ਹੈ। ਐਂਡ ਇਹ ਯੂਐਨ ਦੇ ਥਰੂ ਤੇ ਜਿਹੜੇ ਕੈਨੇਡਾ ਡਾਇਰੈਕਟ ਲੈਂਦੇ ਨੇ, ਉਹ ਦੋਨੋਂ ਮਿਲਾ ਕੇ 40,000 ਰਿਫਿਊਜੀਜ਼ ਐਕਸੈਪਟ ਕੀਤੇ ਜਾਂਦੇ ਨੇ ਹਰ ਸਾਲ ਕੈਨੇਡਾ ਦੇ ਵਿੱਚ। ਐਂਡ ਪਿੱਛੇ ਦੇਖੋ ਤੁਸੀਂ ਅਫਗਾਨਿਸਤਾਨ ਤੋਂ ਜਦੋਂ ਸਿਨੈਰੀਓ ਹੋਇਆ ਸੀਗਾ ਅਫਗਾਨਿਸਤਾਨ ਦੇ ਵਿੱਚ, ਤਾਂ ਵੀ ਅਸੀਂ ਅਫਗਾਨਿਸਤਾਨ ਤੋਂ ਰਿਫਿਊਜੀਜ਼ ਲਿੱਤੇ ਸੀਗੇ, ਸੀਰੀਆ ਤੋਂ ਵੀ ਰਿਫਿਊਜੀਜ਼ ਆਏ ਸੀਗੇ। ਉਸ ਤੋਂ ਬਾਅਦ ਰੀਸੈਂਟਲੀ ਅਸੀਂ ਦੇਖਿਆ ਕਿ ਯੂਕਰੇਨ ਤੋਂ ਬਹੁਤ ਵੱਡੀ ਤਾਦਾਦ ਦੇ ਵਿੱਚ ਰਿਫਿਊਜੀਜ਼ ਆਏ ਨੇ। ਹੁਣ USA ਵਾਲੀ ਜਿਹੜੀ ਨਿਊਜ਼ ਹੈਗੀ ਹੈ ਰੌਕਸਮ ਰੋਡ ਦੀ, ਕਿਊਬੈਕ ਦੀ, ਆਹ ਬਹੁਤ ਜ਼ਿਆਦਾ ਅੱਜਕੱਲ ਹਾਈਲਾਈਟ ਦਾ ਵਿਸ਼ਾ ਬਣਿਆ ਹੋਇਆ। ਉਹਦਾ ਰੀਜ਼ਨ ਹੈਗਾ ਕਿ ਇੱਕ ਰੀਸੈਂਟਲੀ ਇੱਕ ਸਟੇਟਮੈਂਟ ਨਿਊਯਾਰਕ ਦੇ ਮੇਅਰ ਹੈਗੇ ਨੇ ਐਰਿਕ ਐਡਮਸ, ਉਹਨਾਂ ਦੀ ਇੱਕ ਰੀਸੈਂਟ ਸਟੇਟਮੈਂਟ ਸਾਹਮਣੇ ਆਈ ਹੈ ਜਿਹਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ ਹੈਗਾ ਕਿ ਅਸੀਂ ਕਿਸੇ ਨੂੰ ਟਿਕਟ ਲੈ ਕੇ ਨਹੀਂ ਦਿੰਦੇ ਪਏ, ਬਟ ਜੇ ਕੋਈ ਅੱਗੇ ਜਾਣਾ ਚਾਹੁੰਦਾ ਤੇ ਅਸੀਂ ਟਿਕਟ ਬਾਏ ਕਰਵਾ ਕੇ ਦਿੰਦੇ ਹਾਂ। ਸੋ ਰੀ ਟਿਕਟਿੰਗ ਕਰਵਾ ਕੇ ਦਿੰਦੇ ਆ। ਉਹ ਕਹਿੰਦੇ ਅਸੀਂ ਪ੍ਰਮੋਟ ਨਹੀਂ ਕਰ ਰਹੇ, ਬਟ ਜੇ ਕੋਈ ਹੁਣ ਹੋਇਆ ਕੀ ਹੈਗਾ USA ਦੇ ਵਿੱਚ, ਨਾਰਮਲੀ ਜਿਹੜੇ ਮੈਕਸੀਕੋ ਦੇ ਬਾਰਡਰ US ਦੇ ਨਾਲ ਲੱਗਦੇ ਨੇ, ਉਹ ਸਾਰੀ ਸਟੇਟਸ ਦੇ ਨਾਲ ਇਸ ਟਾਈਮ ਤੇ US ਦਾ ਬੜਾ ਵੱਡਾ ਇਸ਼ੂ ਚੱਲ ਰਿਹਾ, ਬਿਕੋਜ਼ ਬਹੁਤ ਵੱਡੀ ਤਾਦਾਦ ਦੇ ਵਿੱਚ ਰਿਫਿਊਜੀ ਐਂਟਰ ਕਰ ਰਹੇ ਨੇ US ਦੇ ਵਿੱਚ। ਹੁਣ ਜਿਹੜੀ ਸਟੇਟ ਦੇ ਵਿੱਚ ਐਂਟਰ ਕਰਦੇ ਨੇ, ਸਪੋਜ਼ ਫਲੋਰੀਡਾ ਦੇ ਵਿੱਚ ਕਿਤੇ, ਟੈਕਸਾਸ ਦੇ ਵਿੱਚ ਕਿਤੇ, ਕੈਲੀਫੋਰਨੀਆ ਦੇ ਵਿੱਚ ਕਿਤੇ, ਜਾਂ ਕਿਸੇ ਹੋਰ ਸਟੇਟ ਦੇ ਵਿੱਚ ਕਿਤੇ, ਉਹਨਾਂ ਸਟੇਟਸ ਦੇ ਗਵਰਨਰ ਨਹੀਂ ਚਾਹੁੰਦੇ ਕਿ ਉਹ ਰਿਫਿਊਜੀਜ਼ ਉੱਥੇ ਉਹਨਾਂ ਦੀ ਸਟੇਟ ਦੇ ਵਿੱਚ ਬੈਠੇ ਰਹਿਣ। ਸੋ ਉਹਨਾਂ ਨੂੰ ਚੱਕ ਕੇ ਅੱਗੇ ਬੱਸਾਂ ਦੇ ਵਿੱਚ ਬਿਠਾ ਕੇ ਕੋਈ ਨਿਊਯਾਰਕ ਦੀ ਬੱਸ ਕਰਾਤੀ, ਕੋਈ ਕਿਤੇ ਦੀ ਕਰਾਤੀ। ਹੁਣ ਨਿਊਯਾਰਕ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਰਿਫਿਊਜੀਜ਼ ਇਸ ਟਾਈਮ ਤੇ। ਸੋ ਉਹ ਵੀ ਮੇਅਰ ਆਪਣੇ ਸ਼ਹਿਰ ਦੇ ਵਿੱਚ ਕੋਈ ਵੀ ਨਹੀਂ ਚਾਹੁੰਦਾ ਕਿ ਮੇਰੀ ਸਟੇਟ ਦੇ ਵਿੱਚ, ਮੇਰੇ ਸ਼ਹਿਰ ਦੇ ਵਿੱਚ ਕੋਈ ਇਹੋ ਜਿਹੀ ਲੋਕੀ ਹੋਣ ਜਿਹੜੇ ਇਲੀਗਲ ਬੈਠੇ ਹੋਣ। ਸੋ ਕੈਨੇਡਾ ਤੇ US ਦੇ ਵਿੱਚ ਨਿਊਯਾਰਕ ਸਟੇਟ ਦੇ ਕੋਲ ਇੱਕ ਬਾਰਡਰ ਪੈਂਦਾ ਰੌਕਸਮ, ਜਿਹੜਾ ਕਿਊਬੈਕ ਦੇ ਵਿੱਚ ਆ ਕੇ ਪੈਦਾ ਹੁੰਦਾ। ਸੋ ਪਲੈਟਸਬਰਗ ਤੱਕ ਉਹ ਫ੍ਰੀ ਟਿਕਟਾਂ ਦੇ ਰਹੇ ਨੇ ਜੀ, ਨਿਊਯਾਰਕ ਸਟੇਟ ਐਂਡ ਨਿਊਯਾਰਕ ਸਿਟੀ, ਐਂਡ ਉੱਥੇ ਉਤਰ ਕੇ ਰੌਕਸਮ ਬਾਰਡਰ ਤਕਰੀਬਨ ਅੱਧਾ ਘੰਟਾ ਰਹਿ ਜਾਂਦਾ ਹੈਗਾ। ਸੋ ਕੈਨੇਡਾ ਤੇ US ਦੇ ਵਿੱਚ ਇੱਕ ਹੋਰ ਰੂਲ ਵੀ ਹੈਗਾ ਜਿਹਨੂੰ ਥਰਡ ਸੇਫ ਕੰਟਰੀ ਐਗਰੀਮੈਂਟ ਕਹਿੰਦੇ ਆ ਅਸੀਂ। ਉਹਦੇ ਵਿੱਚ ਕੀ ਹੈਗਾ ਕਿ ਤੁਸੀਂ ਜਿਹੜੀ ਕੰਟਰੀ ਦੇ ਵਿੱਚ ਪਹਿਲਾਂ ਉਤਰੇ, ਤੁਸੀਂ ਟੈਕਨੀਕਲੀ ਉਸੇ ਕੰਟਰੀ ਦੇ ਵਿੱਚ ਰਿਫਿਊਜੀ ਲਗਾਉਣਾ ਆ। ਐਂਡ ਜੇ ਤੁਸੀਂ ਅਨਆਫੀਸ਼ੀਅਲ ਬਾਰਡਰ ਦੇ ਥਰੂ
ਕ੍ਰਾਸ ਕਰਕੇ ਦੂਜੀ ਕੰਟਰੀ ਦੇ ਵਿੱਚ ਚਲੇ ਜਾਂਦੇ ਹੋ ਤਾਂ ਤੁਸੀਂ ਦੂਸਰੀ ਕੰਟਰੀ ਦੇ ਵਿੱਚ ਵੀ ਕੇਸ ਲਗਾਉਣ ਦੇ ਵਾਸਤੇ ਐਲੀਜੀਬਿਲਟੀ ਬਣ ਜਾਂਦੀ ਹੈ। ਜੇ ਉਹ ਐਕਚੁਅਲ ਲੀਗਲ ਬਾਰਡਰ ਦੇ ਥਰੂ ਸਪੋਜ਼ ਵਿੰਡਜ਼ਰ ਦੇ ਬਾਰਡਰ ਦੇ ਰਾਹੀਂ ਐਂਟਰ ਕਰੇਗਾ ਤੇ ਉਹ ਕੇਸ ਨਹੀਂ ਲਗਾ ਸਕਦਾ। ਜਿਹੜਾ ਮੈਨਡ ਐਕਚੁਅਲ ਬਾਰਡਰ ਹੈਗਾ, ਜਿਹੜਾ ਅਨਮੈਨਡ ਬਾਰਡਰ ਹੈਗਾ ਉੱਥੋਂ ਐਂਟਰ ਕਰਦਾ, ਅਨਆਫੀਸ਼ੀਅਲ ਬਾਰਡਰ ਦੇ ਥਰੂ ਐਂਟਰ ਕਰਦਾ ਤਾਂ ਉਹ ਕੈਨੇਡਾ ਜਾ ਕੇ ਵੀ ਕੇਸ ਲਗਾ ਸਕਦਾ। ਸੋ ਤਾਂ ਰੌਕਸਮ ਬਾਰਡਰ ਵਿੱਚ ਕਾਫੀ ਜ਼ਿਆਦਾ ਨਿਊਜ਼ ਦੇ ਵਿੱਚ ਹੈਗਾ, ਬਿਕੋਜ਼ ਰੌਕਸਮ ਰੋਡ ਬਾਰਡਰ ਜਿਹੜਾ ਕਿਊਬੈਕ ਦਾ ਹੈਗਾ, ਉੱਥੇ ਪਿਛਲੇ ਸਾਲ ਵੀ ਬੜੀ ਵੱਡੀ ਤਾਦਾਦ ਦੇ ਵਿੱਚ ਲੋਕਾਂ ਨੇ ਆ ਕੇ ਰਿਫਿਊਜੀ ਲਿੱਤਾ ਸੀਗਾ। ਐਬਸੋਲੂਟਲੀ ਟੈਕਸ ਪੇਅਰਸ ਦੇ ਉੱਤੇ ਬਰਡਨ ਬਣਦੇ ਨੇ, ਬਿਲਕੁਲ ਬਣਦੇ ਨੇ, ਬਟ ਕਈ ਵਾਰੀ ਹਾਲਾਤ ਇਹੋ ਜਿਹੇ ਹੁੰਦੇ ਨੇ ਕਿ ਕੰਟਰੀਜ਼ ਨੂੰ ਵੀ ਐਕਸੈਪਟ ਕਰਨਾ ਪੈਂਦਾ। ਹੁਣ ਰੀਸੈਂਟਲੀ ਦੇਖੋ ਅਸੀਂ ਸਿਨੈਰੀਓ ਦੇਖਦੇ ਪਏ ਹਾਂ ਟਰਕੀ ਦਾ, ਕਿੰਨੀ ਵੱਡੀ ਤਰਾਸਦੀ ਹੋਈ ਹੈ, ਕਿੰਨੀ ਵੱਡੀ ਤਾਦਾਦ ਦੇ ਵਿੱਚ ਡੈਥਸ ਹੋਈਆਂ ਹੈਗੀਆਂ, ਐਂਡ ਕਿਹੋ ਜਿਹੀਆਂ ਤਸਵੀਰਾਂ ਤਰਨ ਜੀ ਸਾਹਮਣੇ ਆ ਰਹੀਆਂ। ਕੁਝ ਤਸਵੀਰਾਂ ਦੇਖ ਕੇ ਤੇ ਇਹ ਲੱਗਦਾ ਹੈਗਾ ਕਿ ਜੇ ਤੁਹਾਡਾ ਕਿਸੇ ਦੇ ਨਾਲ ਵੀ ਫੈਮਿਲੀ ਦੇ ਨਾਲ, ਮੰਮੀ ਡੈਡੀ ਦੇ ਨਾਲ, ਭਾਈ ਭੈਣ ਦੇ ਨਾਲ, ਹਸਬੈਂਡ ਦੇ ਵਾਈਫ ਦੇ ਨਾਲ, ਬੱਚਿਆਂ ਦੇ ਨਾਲ ਕਿਸੇ ਦਾ ਵੀ ਮਨ ਮੁਟਾਵ ਹੈਗਾ ਨਾ, ਉਹ ਦੂਰ ਕਰਕੇ ਸੋ। ਤੁਹਾਨੂੰ ਨਹੀਂ ਪਤਾ ਕਿ ਅਗਲਾ ਸਾਹ ਤੁਹਾਡੇ ਕੋਲ ਹੈਗਾ ਆ ਜਾਂ ਨਹੀਂ ਹੈਗਾ। ਇਹ ਜਿੰਨੇ ਇੰਨੀ ਵੱਡੀ ਤਾਦਾਦ ਵੀ 10,000 ਤੋਂ ਜ਼ਿਆਦਾ ਅੱਜ ਉਹਨਾਂ ਨੇ ਡਿਕਲੇਅਰ ਕਰਤਾ ਕਿ 10,000 ਤੋਂ ਜ਼ਿਆਦਾ ਲੋਕਾਂ ਨੇ ਆਪਣੀ ਜਾਨ ਗਵਾਈ ਹੈਗੀ। ਸੋ ਆਹ ਲੋਕੀ ਸੋਚ ਕੇ ਥੋੜਾ ਸੋਏ ਹੋਣਗੇ ਕਿ ਕੱਲ ਮੈਂ ਨਹੀਂ ਉੱਠਣਾ। ਮੈਂ ਇਹ ਪੁੱਛਣਾ ਚਾਹੁੰਦੀ ਸੀ ਕਿ ਸਿਰਫ ਵਾਰ ਜ਼ੋਨ ਜਾਂ ਸਿਵਲ ਜ਼ੋਨ ਜਿਹੜੇ ਏਰੀਆਜ਼ ਹੈਗੇ ਆ ਉੱਥੇ ਹੀ ਜਿਹੜਾ ਰਿਫਿਊਜੀ ਕਲੇਮ ਲਗਾ ਸਕਦੇ ਹੋ, ਜਾਂ ਫਿਰ ਜਿਹੜੀਆਂ ਐਵੇਂ ਦੀਆਂ ਤਰਾਸਦੀਆਂ ਜਿਵੇਂ ਨੈਚੁਰਲ ਤਰਾਸਦੀ ਆ ਗਈ ਆ, ਇੱਥੋਂ ਹੁਣ ਜਿਵੇਂ ਸਭ ਕੁਝ ਆਪਣਾ ਗਵਾ ਚੁੱਕੇ ਆ, ਇਹ ਲੋਕ ਹੁਣ ਕਿਸੇ ਮੁੜ ਕੇ ਨਵੀਂ ਕੰਟਰੀ ਜਾ ਕੇ ਆਪਦਾ ਮੁੜ ਵਸੇਬਾ ਕਰਨਾ ਚਾਹੁੰਦੇ ਨੇ, ਜਾਂ ਉੱਥੇ ਇਹ ਵੀ ਇਸ ਚੀਜ਼ ਨੂੰ ਦਿਖਾ ਸਕਦੇ ਨੇ? ਬਿਲਕੁਲ, ਇਸ ਚੀਜ਼ ਨੂੰ ਵੀ ਅਸੀਂ ਹੋ ਸਕਦਾ ਕੈਨੇਡਾ ਇਹਦੇ ਉੱਤੇ ਵੀ ਡਿਸੀਜਨ ਲਵੇ, ਬਿਕੋਜ਼ ਹਾਲੇ ਤੇ ਸਿਰਫ ਜਿਹੜਾ ਹੈਲਪ ਭੇਜੀ ਜਾ ਰਹੀ, ਬਿਕੋਜ਼ ਇਟ ਇਜ਼ ਟੂ ਨਿਊ, ਬਿਕੋਜ਼ ਹਾਲੇ ਤੇ 2 ਦਿਨ ਹੋਏ ਨੇ। ਸੋ ਹਾਲੇ ਤੇ ਹੈਲਪ ਭੇਜੀ ਜਾ ਰਹੀ ਹੈ, ਹਰ ਕੰਟਰੀ ਜਿੰਨੀ ਹੈਲਪ ਫਾਈਨੈਂਸ਼ੀਅਲ, ਖਾਣੇ ਪੀਣੇ ਦੀ, ਬਿਕੋਜ਼ ਉੱਥੇ ਖਾਣੇ ਪੀਣੇ ਦੀ ਵੀ ਬੜੀ ਵੱਡੀਆਂ ਸ਼ਾਰਟੇजेस ਹੋ ਗਈਆਂ ਹੈਗੀਆਂ, ਐਂਡ ਹਾਲੇ ਵੀ ਮਲਬੇ ਦੇ ਵਿੱਚੋਂ ਜਾਨਾਂ ਬੋਡੀਜ਼ ਦੇ ਨਾਲ ਹਾਲੇ ਤੇ ਲੋਕੀ ਜ਼ਿੰਦੇ ਨਿਕਲ ਰਹੇ ਨੇ। ਹਾਲੇ ਤੇ ਉਹਨਾਂ ਦੀ ਸਭ ਤੋਂ ਵੱਡੀ ਪ੍ਰਾਇੋਰਟੀ ਹੈਗੀ ਕਿ ਜਿੰਨੇ ਕ ਅਸੀਂ ਲੋਕੀ ਜਿੰਨੇ ਦੱਬੇ ਹੋਏ ਨੇ ਉਹਨਾਂ ਨੂੰ ਜਿੰਦਿਆਂ ਨੂੰ ਬਾਹਰ ਕੱਢ ਲਿਆ, ਉਹ ਸਭ ਤੋਂ ਵੱਡੀ ਜਾਨ ਮਾਲ ਦਾ ਹੋਏਗਾ। ਬਟ ਐਬਸੋਲੂਟਲੀ ਇਸ ਤੋਂ ਬਾਅਦ ਗਵਰਨਮੈਂਟ ਇਹ ਵੀ ਡਿਸੀਜਨ ਲਏਗੀ ਕਿ ਅਸੀਂ ਇਹ ਰਿਫਿਊਜੀਜ਼ ਨੂੰ ਵਸਾਉਣ ਦੀ ਕੋਸ਼ਿਸ਼ ਕਰਾਂ, ਬਿਕੋਜ਼ ਉਸ ਸ਼ਹਿਰ ਦੇ ਸ਼ਹਿਰ ਤਬਾਹੀ ਹੋ ਚੁੱਕੇ ਨੇ। ਤਰਨ ਜੀ ਤੁਸੀਂ ਧਿਆਨ ਨਾਲ ਦੇਖੋ ਤਾਂ ਬਿਲਕੁਲ ਸਰ, ਜਿਵੇਂ ਆਪਾਂ ਰਿਫਿਊਜੀ ਦੇ ਬਾਰੇ ਵਿੱਚ ਗੱਲ ਕਰਦੇ ਹਾਂ, ਰਿਫਿਊਜੀਜ਼ ਦਾ ਇੱਥੇ ਕਿਵੇਂ ਸਿਸਟਮ ਹੁੰਦਾ ਆ ਆਉਣ ਸਾਰ, ਜਿਵੇਂ ਬਾਰਡਰ ਤੋਂ ਆ ਕੇ ਕਿਵੇਂ ਅਪਲਾਈ ਕੀਤਾ ਜਾ ਸਕਦਾ ਹੈ ਤੇ ਕਦੋਂ ਤੱਕ ਇਹਨਾਂ ਦੇ ਬਾਰੇ ਵਿੱਚ ਕੋਈ ਨਾ ਕੋਈ ਰਿਜ਼ਲਟ ਆ ਸਕਦਾ ਹੈ? ਤਰਨ ਜੀ ਪੋਰਟ ਆਫ ਐਂਟਰੀ ਤੇ ਵੀ ਐਪਲੀਕੇਸ਼ਨ ਲੱਗ ਸਕਦੀ ਹੈਗੀ ਹੈ, ਜਿਹੜੇ ਤੇ ਡਾਇਰੈਕਟ ਕੈਨੇਡਾ 'ਚ ਪਹਿਲੇ ਉਤਰ ਰਹੇ ਨੇ, ਰਾਈਟ। ਜੇ 에ਅਰਪਲੇਨ ਤੇ ਵੀ ਆ ਰਹੇ ਨੇ ਜਾਂ ਬਾਰਡਰ ਤੇ ਆ ਰਹੇ ਨੇ ਤੇ ਕੈਨੇਡਾ ਦੇ ਸਟ੍ਰੇਟ 에ਅਰਪੋਰਟ ਦੇ ਉੱਤੇ ਵੀ ਆ ਕੇ ਰਿਫਿਊਜੀ ਫਾਈਲ ਕਰ ਸਕਦੇ ਨੇ। ਸੋ ਉੱਥੇ ਆ ਕੇ ਕਹਿ ਸਕਦੇ ਨੇ ਕਿ ਮੇਰੇ ਘਰ ਦੇ ਵਿੱਚ ਮੇਰੀ ਜਾਨ ਮਾਲ ਨੂੰ, ਮੇਰੀ ਕੰਟਰੀ ਦੇ ਵਿੱਚ ਖਤਰਾ ਹੈਗਾ ਤੇ ਮੈਂ ਐਪਲੀਕੇਸ਼ਨ ਰਿਫਿਊਜੀ ਦੀ ਲਗਾਉਣਾ ਚਾਹੁੰਦਾ ਹੈਗਾ। ਸੋ ਉਹ ਐਜ਼ ਪਰ ਜਿਹੜਾ ਕੈਨੇਡਾ ਦੇ ਐਗਰੀਮੈਂਟਸ ਹੈਗੇ ਨੇ, ਚਾਰਟਰ ਆਫ ਰਾਈਟਸ ਹੈਗੇ ਨੇ, ਐਜ਼ ਪਰ ਦੈਟ ਉਹ ਪੁੱਟ ਅਪ ਕਰ ਸਕਦੇ ਨੇ। ਸੋ ਉੱਥੇ ਆਫੀਸਰ ਉਹਨਾਂ ਨੂੰ ਡਿਟੈਂਸ਼ਨ ਸੈਂਟਰ ਦੇ ਵਿੱਚ ਵੀ ਲੈ ਕੇ ਜਾ ਸਕਦੇ ਨੇ, ਉੱਥੇ ਐਪਲੀਕੇਸ਼ਨ ਭਰ ਸਕਦੇ ਹੋ, ਜਾਂ ਉੱਥੋਂ ਤੁਹਾਨੂੰ ਡਿਟੈਂਸ਼ਨ ਸੈਂਟਰ ਤੋਂ ਛੱਡ ਵੀ ਸਕਦੇ ਨੇ ਤੇ ਉਸ ਤੋਂ ਬਾਅਦ ਹੀਅਰਿੰਗ ਦੇ ਵਿੱਚ ਤੁਸੀਂ ਜਾ ਸਕਦੇ ਹੋ। ਸੋ ਆਪਸ਼ਨਸ ਕਾਫੀ ਸਾਰੀਆਂ ਹੈਗੀਆਂ, ਐਂਡ ਈਵਨ ਜਿਹੜੇ ਲੋਕੀ ਵਿਦਨ ਕੈਨੇਡਾ ਪ੍ਰੈਜ਼ੈਂਟ ਹੈਗੇ ਨੇ, ਉਹਨਾਂ ਨੂੰ ਸਮਝ ਆਉਂਦਾ ਕਿ ਮੈਂ ਅੱਜ ਦੀ ਤਰੀਕ ਦੇ ਵਿੱਚ ਮੈਨੂੰ ਮੇਰੀ ਹੋਮ ਕੰਟਰੀ ਦੇ ਵਿੱਚ ਜਾਣਾ ਸੇਫ ਨਹੀਂ ਹੈਗਾ, ਜਾਂ ਕੋਈ ਹਾਲਾਤ ਇਹੋ ਜਿਹੇ ਬਣ ਚੁੱਕੇ ਨੇ ਕਿ ਮੇਰੇ ਜਾਨ ਤੇ ਮੇਰੀ ਫੈਮਿਲੀ ਨੂੰ ਕੋਈ ਖਤਰਾ ਹੈਗਾ, ਤੇ ਉਹ ਵਿਦਨ ਕੈਨੇਡਾ ਵੀ ਰਹਿੰਦਿਆਂ ਹੋਇਆਂ ਈਵਨ ਬਾਰਡਰ ਤੇ ਨਹੀਂ ਗਏ, ਉਹ ਬਾਅਦ ਚੋਂ ਜਾ ਕੇ ਵੀ ਐਪਲੀਕੇਸ਼ਨ ਆਪਣੀ ਰਿਫਿਊਜੀ ਦੀ ਪੁੱਟ ਅਪ ਕੀਤੀ ਜਾ ਸਕਦੀ ਹੈ। ਜੀ ਬਿਲਕੁਲ ਸਰ, ਸਾਨੂੰ ਇੱਕ ਦਰਸ਼ਕ ਪੁੱਛ ਰਹੇ ਨੇ ਕਿ ਪੀਐਨਪੀ ਤੇ ਪੀਆਰ ਦੇ ਵਿੱਚ ਕੀ ਡਿਫਰੈਂਸ ਹੁੰਦਾ ਆ? ਸੋ ਪੀਆਰ ਮੇਰੇ ਖਿਆਲ ਚ ਐਕਸਪ੍ਰੈਸ ਐਂਟਰੀ ਦੀ ਸ਼ਾਇਦ ਇਹ ਗੱਲ ਕਰ ਰਹੇ ਨੇ। ਓਕੇ ਤਰਨ ਜੀ, ਪੀਐਨਪੀ ਤੇ ਦੋਨੋਂ ਪ੍ਰੋਗਰਾਮਸ ਇਹੋ ਜਿਹੇ ਹੈਗੇ ਨੇ ਜਿਹੜੇ ਪਰਮਾਨੈਂਟ ਰੈਜ਼ੀਡੈਂਸੀ ਵੱਲ ਲੈ ਕੇ ਜਾਂਦੇ ਨੇ। ਹੁਣ ਐਕਸਪ੍ਰੈਸ ਐਂਟਰੀ ਦੇ ਵਿੱਚ ਅਸੀਂ ਦੇਖਿਆ ਕਿ ਜਿੰਨੇ ਵੀ ਡਰਾਜ਼ ਹੁੰਦੇ ਨੇ ਉਹ ਪੁਆਇੰਟ ਸਿਸਟਮ ਬੇਸਡ ਡਰਾਜ਼ ਹੈਗੇ ਨੇ। ਹੁਣ ਅੱਗੇ ਐਕਸਪੈਕਟ ਕਰ ਰਹੇ ਹਾਂ ਅਸੀਂ ਆਕੂਪੇਸ਼ਨ ਸਪੈਸਿਫਿਕ ਡਰਾਜ਼ ਵੀ ਸ਼ੁਰੂ ਹੋ ਜਾਣਗੇ, ਬਟ ਐਜ਼ ਆਫ ਟੁਡੇ ਪੁਆਇੰਟ ਬੇਸਡ ਲਾਸਟ ਜਿਹੜਾ ਡਰਾ ਅਸੀਂ ਲਾਸਟ ਵੈਡਨਸਡੇ ਪ੍ਰੋਗਰਾਮ ਕੀਤਾ ਤੇ ਉਸ ਤੋਂ ਬਾਅਦ ਇੱਕ ਡਰਾ, ਹਾਂਜੀ ਬਿਲਕੁਲ, ਉਹ 489 ਦੇ ਕੱਟ ਆਫ ਤੇ 3300 ਇਨਵੀਟੇਸ਼ਨਸ ਦਿੱਤੇ ਗਏ ਸੀਗੇ। ਸੋ ਹੁਣ ਜਿਹੜਾ ਤੇ ਸਕੋਰ 489 ਹੋਏਗਾ ਜਾਂ ਅਗਲਾ ਡਰਾ ਜਿਹੜਾ ਹੋਏਗਾ ਉਹ ਸਕੋਰ ਨੂੰ ਟੱਚ ਕਰ ਦਿਓ ਤੇ ਤੁਹਾਡੀ ਐਪਲੀਕੇਸ਼ਨ ਪਿਕ ਹੋ ਜਾਂਦੀ ਹੈ। ਐਕਸਪ੍ਰੈਸ ਐਂਟਰੀ ਇੱਕ ਵਾਰੀ ਐਪਲੀਕੇਸ਼ਨ ਤੁਹਾਡਾ ਪ੍ਰੋਫਾਈਲ ਪਿਕ ਹੋ ਗਿਆ, ਅੱਗੇ 6 ਤੋਂ 8 ਮਹੀਨੇ ਲੱਗਦੇ ਨੇ ਪਰਮਾਨੈਂਟ ਰੈਜ਼ੀਡੈਂਸੀ ਮਿਲਦੇ ਆ। ਹੁਣ ਪ੍ਰੋਵਿੰਸ ਨੇ ਵੀ, ਇਹ ਤਾਂ ਹੋ ਗਿਆ ਫੈਡਰਲ ਪ੍ਰੋਗਰਾਮ, ਹੁਣ ਹਰ ਪ੍ਰੋਵਿੰਸ ਦਾ ਆਪਣਾ ਕਿਸੇ ਪ੍ਰੋਵਿੰਸ ਦਾ 10,000 ਦਾ ਐਪਲੀਕੇਸ਼ਨ ਦਾ ਕੋਟਾ, ਕਿਸੇ ਦਾ 7,500 ਦਾ, ਕਿਸੇ ਦਾ 4,000 ਦਾ, ਕਿਸੇ ਦਾ
2600 ਐਪਲੀਕੇਸ਼ਨਸ ਦਾ ਕੋਟਾ ਹੈਗਾ ਕਿ ਉਹ 2600 ਐਪਲੀਕੈਂਟਸ ਨੂੰ ਡਿਪੈਂਡਿੰਗ ਕਿ ਉਹਨਾਂ ਦੇ ਪ੍ਰੋਵਿੰਸ ਦੇ ਵਿੱਚ ਕਿਹੜੀ ਸ਼ਾਰਟੇਜਸ ਹੈਗੀਆਂ ਉਹਨਾਂ ਆਕੂਪੇਸ਼ਨਸ ਨੂੰ ਉਹ PNP ਅਪਰੂਵਲਸ ਦੇ ਸਕਦੇ ਨੇ। PNP ਇਜ਼ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਅੰਡਰ ਅਪਰੂਵਲਸ। ਸੋ ਜਦੋਂ PNP ਦੇ ਅੰਡਰ ਅਪਰੂਵਲ ਹੋਗੀ ਤੁਹਾਡੀ ਐਪਲੀਕੇਸ਼ਨ ਐਕਸਪ੍ਰੈਸ ਐਂਟਰੀ ਦੇ ਵਿੱਚ ਵੀ ਜਾ ਸਕਦੀ ਹੈ ਜਾਂ ਫੈਡਰਲ ਪ੍ਰੋਗਰਾਮ ਦੇ ਵਿੱਚ ਵੀ ਜਾ ਸਕਦੀ ਹੈ। ਸਪੋਜ਼ ਜੇ ਤੇ ਤੁਹਾਡੀ ਪ੍ਰੋਫਾਈਲ ਪਿਕ ਹੁੰਦੀ ਹੈ ਐਕਸਪ੍ਰੈਸ ਤੋਂ ਐਂਡ PNP ਤੁਹਾਨੂੰ ਇਸ਼ੂ ਕਰਦਾ ਤੇ 600 ਪੁਆਇੰਟ ਤੁਹਾਨੂੰ ਮਿਲ ਜਾਂਦੇ ਨੇ। ਜੇ ਤੁਸੀਂ ਡਾਇਰੈਕਟ PNP ਨੂੰ ਅਪਲਾਈ ਕੀਤਾ ਤੇ ਉੱਥੇ ਤੁਹਾਡੀ ਐਪਲੀਕੇਸ਼ਨ ਪਿਕ ਹੁੰਦੀ ਹੈ ਤੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਨਹੀਂ ਜਾਂਦੇ। ਫਿਰ ਫੈਡਰਲ ਸਟ੍ਰੀਮ ਦੇ ਵਿੱਚ ਤੁਹਾਡੀ ਐਪਲੀਕੇਸ਼ਨ ਪਰਮਾਨੈਂਟ ਰੈਜ਼ੀਡੈਂਸੀ ਦੀ ਪ੍ਰੋਸੈਸ ਹੁੰਦੀ ਹੈ। ਹੁਣ ਤਰਨ ਜੀ ਐਕਸਪ੍ਰੈਸ ਐਂਟਰੀ ਦੇ ਵਿੱਚ ਤਾਂ ਉਹੀ ਐਪਲੀਕੈਂਟ ਜਾਏਗਾ ਜਿਹੜਾ ਨੌਕ OAB ਦੇ ਵਿੱਚ ਹੈਗਾ, ਹਾਈਲੀ ਕੁਆਲੀਫਾਈਡ ਜਾਂ ਇਵਨ ਸੁਪਰਵਾਈਜ਼ਰ ਜਾਂ ਟੈਕਨੀਕਲ ਲੈਵਲ ਦੀਆਂ। ਹੁਣ C and D ਵਾਲੀਆਂ ਐਕਸਪ੍ਰੈਸ ਐਂਟਰੀ ਦੇ ਅੰਡਰ ਨਹੀਂ ਜਾਣਗੀਆਂ, ਰਾਈਟ? ਉਹ ਐਪਲੀਕੇਸ਼ਨਸ PNP ਦੇ ਥਰੂ ਹੀ ਪਿਕ ਹੋਣਗੀਆਂ। ਸੋ ਹੁਣ ਜਿਹੜਾ ਐਪਲੀਕੈਂਟ ਇਹੋ ਜਿਹਾ ਜਿਹਦੀ ਐਜੂਕੇਸ਼ਨ ਗ੍ਰੇਡ 12 ਹੈਗੀ ਹੈ ਜਾਂ ਜਿਹਦੇ ਕੋਲ ਆਈਲੈਟਸ 4 ਬੈਂਡ ਤੋਂ ਵੱਧ ਨਹੀਂ ਲਿੱਤੇ ਜਾ ਸਕਦੇ ਜਾਂ ਜਿਹੜਾ ਉਹੋ ਜੀ ਜੌਬ ਦੇ ਵਿੱਚ ਹੀ ਨਹੀਂ ਆ, ਬੇਸਿਕ ਜੌਬ ਦੇ ਉੱਤੇ ਹੈਗੇ, ਰੂਮ ਕਲੀਨਰ ਵਰਗੀ ਜੌਬ ਹੋ ਗਈ, ਕਿਚਨ ਹੈਲਪਰ, ਫਾਰਮ ਲੇਬਰ ਵਰਗੀ ਜੌਬ ਹੋ ਗਈ, ਕੰਸਟਰਕਸ਼ਨ ਲੇਬਰ ਵਰਗੀ ਜੌਬ ਹੋ ਗਈ, ਇਹ ਐਪਲੀਕੈਂਟਸ ਬਲੂ ਕਾਲਰ ਵਾਲੇ ਇਹ PNP ਦੇ ਵਿੱਚ ਪਰਮਾਨੈਂਟ ਰੈਜ਼ੀਡੈਂਸੀ ਆਪਣੀ ਲੈ ਸਕਦੇ ਨੇ। ਸੋ PNP ਦੇ ਵਿੱਚ ਵੀ ਇੱਕ ਪ੍ਰੋਗਰਾਮ ਨਹੀਂ ਹੈਗਾ, ਕਈ ਪ੍ਰੋਗਰਾਮਸ ਐਗਜ਼ਿਸਟ ਕਰਦੇ ਨੇ ਜੀ। PNP ਤੋਂ ਬਾਅਦ ਕੀ ਬੈਕ ਹੋਮ ਜਾਇਆ ਜਾ ਸਕਦਾ ਜੇ ਇੱਕ ਵਾਰੀ ਅਪਰੂਵਲ ਆ ਜਾਵੇ ਤਾਂ? ਤਰਨ ਜੀ ਬਿਲਕੁਲ, ਮੈਂ ਹਮੇਸ਼ਾ ਕਹਿੰਦਾ ਜੀ ਜਦੋਂ ਬੈਕ ਹੋਮ ਜਾਣਾ ਆ ਤੁਹਾਡੇ ਕੋਲ ਤੁਹਾਡੇ ਪਾਸਪੋਰਟ ਦੇ ਉੱਤੇ ਵੀਜ਼ਾ ਜ਼ਰੂਰ ਸਟੈਂਪਡ ਹੋਣਾ ਚਾਹੀਦਾ ਹੈ। ਜੇ ਵੀਜ਼ਾ ਸਟੈਂਪਡ ਨਹੀਂ ਹੈਗਾ ਤੇ ਅਵੋਇਡ ਕਰੋ ਬੈਕ ਹੋਮ ਜਾਣਾ ਈਵਨ PNP ਤੋਂ ਬਾਅਦ। ਮੈਂ ਹਮੇਸ਼ਾ ਕਹੂੰਗਾ ਕਿ ਆਪਣੇ ਆਪ ਨੂੰ ਸੇਫ ਰੱਖ ਕੇ ਜਾਓ। ਕਈ ਵਾਰੀ ਕਿਉਂਕਿ ਮੈਂ ਇਹੋ ਜਿਹੇ ਐਪਲੀਕੈਂਟਸ ਵੀ ਦੇਖੇ ਨੇ ਜਿਹੜੇ ਵਰਕ ਪਰਮਿਟ ਦੇ ਉੱਤੇ ਸਟੈਪ ਆਊਟ ਕਰ ਗਏ ਬਟ ਉਹਨਾਂ ਕੋਲ ਵਾਪਸ ਵੀਜ਼ਾ ਨਹੀਂ ਸੀਗਾ ਕੈਨੇਡਾ ਦੇ ਵਿੱਚ ਐਂਟਰ ਕਰਨ ਦਾ। ਸੋ ਉਹਨਾਂ ਨੂੰ ਜਦੋਂ ਇੰਡੀਆ ਜਾ ਕੇ ਅਪਲਾਈ ਕੀਤਾ ਕਈ ਵਾਰੀ ਹਾਲਾਤ ਇਹੋ ਜਿਹੇ ਚੇਂਜ ਹੋ ਜਾਂਦੇ ਹੈਗੇ ਨੇ ਕਿ ਤੁਹਾਨੂੰ ਉੱਥੋਂ ਵੀਜ਼ਾ ਨਹੀਂ ਮਿਲਦਾ ਜਾਂ ਤੁਹਾਡਾ EMPLOYER ਨੂੰ ਵੀ ਨਹੀਂ ਚਾਹੀਦਾ, ਤੁਹਾਡਾ ਨਵਾਂ LMI ਨਹੀਂ ਲੈ ਕੇ ਦਿੰਦਾ। ਸੋ ਕਈ ਵਾਰੀ ਸਰਕਮਸਟੈਂਸਸ ਇਹੋ ਜਿਹੇ ਬਣ ਜਾਂਦੇ ਤੁਸੀਂ ਤੁਹਾਡੀ ਵਾਪਸ ਐਂਟਰੀ ਕੈਨੇਡਾ ਦੇ ਵਿੱਚ ਮੁਸ਼ਕਲ ਹੋ ਜਾਂਦੀ ਹੈਗੀ ਹੈ। ਸੋ ਮੈਂ ਹਮੇਸ਼ਾ ਕਹਿੰਦਾ ਕੰਜ਼ਰਵੇਟਿਵ ਹੋ ਕੇ ਚੱਲੋ, ਸੇਫ ਹੋ ਕੇ ਚੱਲੋ। ਜੇ ਵੀਜ਼ਾ ਤੁਹਾਡੇ ਪਾਸਪੋਰਟ ਦੇ ਉੱਤੇ ਹੈਗਾ ਤਾਂ ਹੀ ਟਰੈਵਲ ਕਰੋ। ਉੱਥੇ ਜਾ ਕੇ ਕਈ ਵਾਰੀ ਮੈਂ ਬੜੇ ਧੁਰੰਦਰ ਦੇਖੇ ਨੇ ਜਿਹੜੇ ਕਹਿੰਦੇ ਨੇ ਟਰੈਵਲ ਡਾਕੂਮੈਂਟ ਤਾਂ ਸਾਨੂੰ ਉਦਾਂ ਹੀ ਮਿਲ ਜਾਣਾ ਹੈਗਾ ਉੱਥੇ। ਕਈ ਵਾਰੀ ਹਾਲਾਤ ਇਹੋ ਜਿਹੇ ਬਣਦੇ ਨੇ ਟਰੈਵਲ ਡਾਕੂਮੈਂਟ ਵੀ ਤੁਹਾਨੂੰ ਇਸ਼ੂ ਨਹੀਂ ਹੁੰਦਾ, ਗਵਰਨਮੈਂਟ ਡਿਸਾਈਡਸ ਅਦਰਵਾਈਜ਼। ਸੋ ਆਲਵੇਜ਼ ਬੀ ਸੇਫ ਵੈਨ ਇਟ ਕਮਸ ਟੂ ਇਮੀਗ੍ਰੇਸ਼ਨ। ਜਦੋਂ ਤੁਸੀਂ ਇਮੀਗ੍ਰੇਸ਼ਨ ਦੀ ਗੱਲ ਕਰਦੇ ਹੋ, PNP ਦੀ ਆਪਾਂ ਹੁਣੇ ਗੱਲ ਕਰ ਰਹੇ ਸੀਗੇ, ਕੀ ਅਲੱਗ-ਅਲੱਗ ਪ੍ਰੋਵਿੰਸਸ ਦੇ ਵਿੱਚ PNP ਨੂੰ ਲੈ ਕੇ ਅਲੱਗ-ਅਲੱਗ ਡਰਾ ਨਿਕਲਦੇ ਨੇ ਤੇ ਇਹਨਾਂ ਦੀ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ ਡਰਾ ਨਿਕਲਦੇ ਨੇ? ਬਿਲਕੁਲ, ਐਬਸੋਲੂਟਲੀ ਤਰਨ ਜੀ। ਹਰ ਪ੍ਰੋਵਿੰਸ ਨੇ ਹੁਣ ਹਰ ਪ੍ਰੋਵਿੰਸ ਦੇ ਆਪਣੇ ਕ੍ਰਾਈਟੇਰੀਆਜ਼ ਹੈਗੇ ਨੇ PNPs ਨੂੰ ਲੈ ਕੇ। ਹੁਣ ਅਸੀਂ ਓਨਟਾਰੀਓ ਦੀ ਗੱਲ ਕਰ ਲਈਏ। ਓਨਟਾਰੀਓ ਦੇ ਵਿੱਚ ਇੱਕ ਮਾਸਟਰ ਸਟਰੀਮ ਐਗਜ਼ਿਸਟ ਕਰਦੀ ਹੈਗੀ ਹੈ ਜਿਹਦੇ ਵਿੱਚ ਜਿਹੜੇ ਸਟੂਡੈਂਟਸ ਨੇ ਕੈਨੇਡਾ ਓਨਟਾਰੀਓ ਦੇ ਵਿੱਚ ਮਾਸਟਰਸ ਕੀਤੀ ਹੈਗੀ ਹੈ ਉਹ ਆਪਣੀ ਐਪਲੀਕੇਸ਼ਨ ਪੁੱਟ ਅਪ ਕਰ ਸਕਦੇ ਨੇ। ਹੁਣ ਓਨਟਾਰੀਓ ਦੇ ਵਿੱਚ ਹੀ ਹਿਊਮਨ ਕੈਪੀਟਲ ਸਟਰੀਮ ਚੱਲਦੀ ਪਈ ਹੈਗੀ ਹੈ ਜਿਹਦੇ ਵਿੱਚ ਉਹ ਪਾਰਟਿਕੂਲਰ ਆਕੂਪੇਸ਼ਨਸ ਪਿਕ ਕਰਦੇ ਨੇ। ਹੁਣ ਜੌਬ ਆਫਰ ਸਟਰੀਮ ਵੀ ਹੈਗੀ ਹੈ, ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਵੀ ਹੈਗੀ ਹੈ ਐਂਡ ਇਨ ਕੈਨੇਡਾ ਫੋਰਨ ਵਰਕਰਸ ਵਾਸਤੇ ਵੀ ਹੈਗੀ ਹੈ। ਉਸ ਤੋਂ ਬਾਅਦ ਬਿਜ਼ਨਸ ਐਂਟਰਪ੍ਰੀਨਿਓਰਸ ਵਾਸਤੇ ਵੀ ਓਨਟਾਰੀਓ ਨੇ ਪ੍ਰੋਗਰਾਮ ਸਟਰੀਮ ਚਲਾਈ ਹੋਈ ਹੈ। ਸੋ ਕਈ ਪ੍ਰੋਗਰਾਮਸ ਐਗਜ਼ਿਸਟ ਕਰਦੇ ਨੇ। ਹੁਣ ਰੀਸੈਂਟਲੀ ਅਸੀਂ ਦੇਖਿਆ ਓਨਟਾਰੀਓ ਦਾ ਜਿਹੜਾ ਝੁਕਾਅ ਹੈਗਾ ਨਾ ਪਿਛਲੇ 2-3 ਡਰਾਸ ਤੋਂ ਉਹ ਬਿਲਕੁਲ ਚੇਂਜ ਹੋ ਗਿਆ। ਹੁਣ ਹੈਲਥ ਸਰਵਿਸਿਜ਼ ਦੇ ਉੱਤੇ ਬਹੁਤ ਜ਼ਿਆਦਾ ਫੋਕਸ ਹੋ ਗਿਆ। ਤੁਸੀਂ ਈਵਨ ਫੈਬਰੂਅਰੀ 4th ਦਾ ਡਰਾ ਦੇਖੋ, ਆਕੂਪੇਸ਼ਨਸ ਕਿਹੜੇ ਪਿਕ ਹੋਏ ਨੇ ਜੀ? ਹੈਲਥ ਸਰਵਿਸ ਨਾਲ ਰਿਲੇਟਡ ਜਾਂ ਫਿਰ ਜਿਹੜੇ ਟੈਕ ਨਾਲ ਰਿਲੇਟਡ ਹੈਗੇ ਨੇ ਉਹ ਆਕੂਪੇਸ਼ਨਸ ਪਿਕ ਹੋਏ ਨੇ, ਦੂਸਰੇ ਆਕੂਪੇਸ਼ਨਸ ਪਿਕ ਨਹੀਂ ਹੋਏ। ਐਂਡ ਜਿਹੜਾ ਇੱਕ ਹੋਰ ਡਰਾ ਜਿਹੜਾ ਜਨਵਰੀ ਦੇ ਵਿੱਚ ਹੋਇਆ ਸੀਗਾ ਉਹਦੇ ਵਿੱਚ ਆਕੂਪੇਸ਼ਨਸ ਉਹ ਪਿਕ ਹੋਏ ਨੇ ਜਿਹੜੇ ਟ੍ਰੇਡਸ ਨਾਲ ਰਿਲੇਟਡ ਹੈਗੇ ਨੇ। ਇਲੈਕਟ੍ਰੀਸ਼ੀਅਨਸ ਹੋ ਗਏ, ਪਲੰਬਰਸ ਹੋ ਗਏ, ਮਕੈਨਿਕਸ ਹੋ ਗਏ, ਆਟੋ ਮਕੈਨਿਕਸ ਹੋ ਗਏ, ਪ੍ਰੋਗਰਾਮਰਸ ਹੋ ਗਏ, CNC ਪ੍ਰੋਗਰਾਮਰਸ ਹੋ ਗਏ, ਮਸ਼ੀਨਿਸਟ ਹੋ ਗਏ, ਇਹੋ ਜਿਹੇ ਆਕੂਪੇਸ਼ਨਸ ਪਿਕ ਹੋਏ ਨੇ। ਸੋ ਇਹ ਪ੍ਰੋਵਿੰਸ ਦਾ ਚੱਲ ਰਿਹਾ ਅਸੀਂ ਦੇਖ ਰਹੇ ਹਾਂ। ਹੁਣ ਜੇ ਤੁਸੀਂ ਕਹੋ ਕਿ ਮੇਰੇ ਕੋਲ ਐਜੂਕੇਸ਼ਨ ਵੀ ਨਹੀਂ ਹੈਗੀ, ਮੈਂ ਟਰੱਕਿੰਗ ਦੇ ਵਿੱਚ ਹੈਗਾ, ਮੈਂ ਇਹਦੇ ਵਿੱਚ ਪਿਕ ਹੋਊਂਗਾ, ਐਬਸੋਲੂਟਲੀ 10 ਵਾਰੀ ਸੋਚੋ ਕਿ ਕਿਹੜਾ ਪ੍ਰੋਵਿੰਸ ਤੁਹਾਨੂੰ ਅੱਜ ਦੀ ਤਰੀਕ ਦੇ ਵਿੱਚ ਹੈਲਪਫੁਲ ਹੈਗਾ। ਸੋ ਜੇ ਤੁਹਾਨੂੰ ਹੈਲਪ ਜੌਬ ਮਿਲ ਰਹੀ ਹੈਗੀ ਹੈ ਸਪੋਜ਼ ਕਿਚਨ ਹੈਲਪਰ ਦੀ ਜਾਂ ਰੂਮ ਕਲੀਨਰ ਦੀ ਤੇ ਤੁਹਾਡੀ ਓਨਟਾਰੀਓ ਦੇ ਵਿੱਚ ਪਿਕ ਹੋਣ ਦੇ ਚਾਂਸਸ ਬਹੁਤ ਹੀ ਨੈਗਲੀਜੀਬਲ ਹੈਗੇ ਨੇ। ਉਹ ਵੀ ਜੇ ਆਕੂਪੇਸ਼ਨ ਸਪੈਸੀਫਿਕ ਡਰਾ ਆਏਗਾ ਤਾਂ ਤੁਸੀਂ ਪਿਕ ਹੋਗੇ। ਹੁਣ ਬਾਕੀ ਪ੍ਰੋਵਿੰਸਸ ਦੇ ਵਿੱਚ ਕੀ ਹੈਗਾ? ਅਟਲਾਂਟਿਕ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਐਡਵਾਂਟੇਜ ਹੈਗਾ, ਸੈਸਕੈਚੁਆਨ ਦੇ ਵਿੱਚ ਐਡਵਾਂਟੇਜ ਹੈਗਾ। ਸੈਸਕੈਚੁਆਨ ਦੇ ਵਿੱਚ ਤੁਸੀਂ 6 ਮਹੀਨੇ ਕੰਮ ਕਰ ਲੈਂਦੇ ਹੋ, EMPLOYER ਤੁਹਾਨੂੰ ਸਪੋਰਟ ਕਰਦਾ ਤੇ ਉਹ PNP ਤੁਹਾਨੂੰ ਲੈ ਕੇ ਦੇ ਸਕਦਾ ਹੈਗਾ। ਇਸੇ ਤਰ੍ਹਾਂ ਨੋਵਾ ਸਕੋਸ਼ੀਆ, ਨਿਊ ਬ੍ਰੰਸਵਿਕ, ਨਿਊ ਫਾਊਂਡਲੈਂਡ ਐਂਡ ਪ੍ਰਿੰਸ ਐਡਵਰਡ ਆਈਲੈਂਡ ਇੱਥੇ ਰਿਲੇਟਿਵਲੀ ਜਿਹੜੇ PNP ਪ੍ਰੋਗਰਾਮਸ ਹੈਗੇ ਨੇ ਹਲੇ ਵੀ ਈਜ਼ੀਅਰ ਹੈਗੇ ਨੇ। ਓਨਟਾਰੀਓ ਦੇ ਵਿੱਚ ਤਾਂ PNPs ਦੇ ਵਿੱਚ ਵੀ ਪੁਆਇੰਟ ਸਿਸਟਮ ਆ ਗਿਆ। ਓਕੇ।
ਸੋ ਉਹ ਆਕੂਪੇਸ਼ਨ ਦੇ ਨਾਲ ਪੁਆਇੰਟ ਸਿਸਟਮ ਦੇ ਹਿਸਾਬ ਦੇ ਨਾਲ ਡਰਾਜ਼ ਪਿਕ ਕੀਤੇ ਜਾ ਰਹੇ ਨੇ। ਜਿਵੇਂ ਤੁਸੀਂ ਗੱਲ ਕੀਤੀ ਹੁਣ ਕੋਈ ਪੀਐਨਪੀ ਦੇ ਜ਼ਰੀਏ ਕਿਸੇ ਪ੍ਰੋਵਿੰਸ ਦੇ ਵਿੱਚ, ਜਿਵੇਂ ਸਸਕੈਚੁਅਨ ਦੀ ਗੱਲ ਕਰ ਲਈਏ, ਉੱਥੇ ਜਾ ਕੇ ਪੀਆਰ ਹਾਸਲ ਕਰਦਾ ਆ, ਕੀ ਉਹਨੂੰ ਉੱਥੇ ਕੋਈ ਸਪੈਸੀਫਿਕ ਟਾਈਮ ਲਈ ਰਹਿਣਾ ਪਏਗਾ ਜਾਂ ਫਿਰ ਉਹ ਇਮੀਡੀਏਟਲੀ ਮੂਵ ਕਰ ਸਕਦਾ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ? ਤਰਨਜੀਤ, ਟੈਕਨੀਕਲੀ ਸਪੀਕਿੰਗ ਉਹ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਵਿੱਚ ਜਦੋਂ ਪੀਐਨਪੀ ਅਪਰੂਵਲ ਲੈ ਰਿਹਾ ਉਸ ਪ੍ਰੋਵਿੰਸ ਦੀ, ਤੇ ਉਹ ਇਹੀ ਕਹਿ ਕੇ ਲੈ ਰਿਹਾ ਕਿ ਮੈਂ ਇਸ ਪ੍ਰੋਵਿੰਸ ਨੂੰ ਆਪਣਾ ਹੋਮ ਪ੍ਰੋਵਿੰਸ ਬਣਾਉਣ ਜਾ ਰਿਹਾ ਆਪਣੀ ਤੇ ਆਪਣੀ ਫੈਮਿਲੀ ਵਾਸਤੇ, ਤੇ ਤਾਂ ਹੀ ਉਹ ਪੀਐਨਪੀ ਇਸ਼ੂ ਹੋ ਰਹੀ ਹੈ। ਤੇ ਜਦੋਂ ਤੁਸੀਂ ਨਹੀਂ ਰਹਿੰਦੇ ਤਾਂ ਟੈਕਨੀਕਲੀ ਤੁਸੀਂ ਆਪਣਾ ਐਗਰੀਮੈਂਟ ਬ੍ਰੇਕ ਕਰ ਰਹੇ ਹੋ। ਹੁਣ ਦੂਜੇ ਪਾਸੇ ਲੀਗਲੀ ਅਸੀਂ ਜੇ ਦੇਖਦੇ ਹੈਗੇ ਆ, ਲੀਗਲੀ देयर इज नो ਸੱਚ ਬਾਈਂਡਿੰਗ ਐਸ ਪਰ ਚਾਰਟਰ ਆਫ ਰਾਈਟਸ ਦੇ ਕੈਨ ਮੂਵ ਐਨੀਵੇਅਰ, ਬਟ ਉਹਨਾਂ ਨੇ ਜਿਹੜਾ ਪ੍ਰੋਮਿਸ ਕੀਤਾ 3 ਸਾਲ ਦਾ ਰਹਿਣ ਦਾ ਘੱਟੋ ਘੱਟ ਉਹ ਜ਼ਰੂਰ ਪੂਰਾ ਕਰਨਾ ਚਾਹੀਦਾ ਹੈਗਾ। ਬੌਂਡਿੰਗ ਕੋਈ ਐਸ ਸੱਚ ਐਜ਼ ਆਫ ਟੁਡੇ ਨਹੀਂ ਹੈਗੀ, ਕੱਲ ਨੂੰ ਆ ਜਾਏ ਤੇ ਐਬਸੋਲੂਟਲੀ ਆ ਸਕਦੀ ਹੈਗੀ। ਔਰ ਜਿਹੜੇ ਬਾਹਰੋਂ ਹੀ ਆਊਟ ਆਫ ਕੈਨੇਡਾ ਹੀ ਪੀਆਰ ਲੈ ਕੇ ਇਹ ਜਿਹੇ ਪ੍ਰੋਵਿੰਸਸ ਦੇ ਵਿੱਚ ਮੂਵ ਹੁੰਦੇ ਆ, ਜਿਵੇਂ ਸਸਕੈਚੁਅਨ ਦੇ ਵਿੱਚ ਪਾਇਲਟ ਪ੍ਰੋਗਰਾਮ ਚੱਲ ਰਹੇ ਸੀਗੇ, ਸੋ ਕੀ ਉਹਨਾਂ ਨੂੰ ਉੱਥੇ ਰਹਿਣਾ ਪਏਗਾ ਜਾਂ ਫਿਰ ਉਹ ਪੀਆਰ ਲੈ ਕੇ ਕਿਤੇ ਵੀ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਲੈਂਡ ਕਰ ਸਕਦੇ ਨੇ? ਪ੍ਰੋਮਿਸ ਜੋ ਕੀਤਾ ਉਹ ਨਿਭਾਉਣਾ ਚਾਹੀਦਾ, ਸੋ ਰਹਿਣਾ ਚਾਹੀਦਾ ਹੈਗਾ, ਬਟ ਐਸ ਪਰ ਲਾਅ ਕੋਈ ਵੀ ਬਾਈਂਡਿੰਗ ਨਹੀਂ ਹੈਗੀ। ਆਪਾਂ ਨੂੰ ਲਾਸਟ ਟਾਈਮ ਇੱਕ ਦਰਸ਼ਕ ਨੇ ਕਾਲ ਕੀਤੀ ਸੀ ਜਿਹੜੇ ਰਿਲੇਸ਼ਨਸ਼ਿਪ ਦੇ ਬਾਰੇ ਗੱਲ ਕਰਦੇ ਸੀ ਕਿ ਬਲੱਡ ਰਿਲੇਸ਼ਨ ਨੂੰ ਕਿਵੇਂ ਤੁਸੀਂ ਸਪਾਂਸਰ ਕਰ ਸਕਦੇ ਹੋ, ਸੋ ਉਹਦੇ ਬਾਰੇ ਆਪਾਂ ਜਾਣਕਾਰੀ ਜ਼ਰੂਰ ਦਈਏ ਕਿ ਕਿਹੜੀ ਕੈਟਾਗਰੀਜ਼ ਦੇ ਅੰਡਰ ਤੁਸੀਂ ਕਿਵੇਂ ਸਪਾਂਸਰ ਕਰ ਸਕਦੇ ਹੋ। ਤਰਨ ਜੀ, ਆਪਾਂ ਲਾਸਟ ਟਾਈਮ ਜਿਹੜੇ ਕਾਲਰ ਨੇ ਕਿਹਾ ਸੀਗਾ ਤੇ ਉਹਨਾਂ ਨੇ ਅਲਬਰਟਾ ਬਾਰੇ ਗੱਲ ਕੀਤੀ ਸੀਗੀ, ਬਿਕੋਜ਼ ਸਿਰਫ 2-3 ਪ੍ਰੋਵਿੰਸਸ ਇਹੋ ਜਿਹੇ ਰਹਿ ਗਏ ਨੇ ਜਿੱਥੇ ਬਲੱਡ ਰਿਲੇਟਿਵ ਦੇ ਪੁਆਇੰਟਸ ਤੁਹਾਨੂੰ ਪੀਐਨਪੀਸ ਦੇ ਵਿੱਚ ਐਕਸਟਰਾ ਮਿਲਦੇ ਨੇ। ਮੈਨੀਟੋਬਾ ਇੱਕ ਇਹੋ ਜਿਹਾ ਪ੍ਰੋਵਿੰਸ ਹੈਗਾ ਜਿਹਦੇ ਵਿੱਚ ਅੱਛੇ ਪੁਆਇੰਟਸ ਮਿਲਦੇ ਨੇ, ਸੋ ਉਹ ਹੈਲਪਫੁਲ ਹੋ ਜਾਂਦਾ ਹੈਗਾ ਐਪਲੀਕੇਸ਼ਨ ਥਰੂ ਹੋਣ ਲੱਗਿਆ। ਇਸੇ ਤਰ੍ਹਾਂ ਅਲਬਰਟਾ ਨੇ ਰੀਸੈਂਟਲੀ ਇੰਟਰੋਡਿਊਸ ਕੀਤਾ ਫੈਮਿਲੀ ਸਟਰੀਮ ਦੇ ਵਿੱਚ, ਜੇ ਤੁਹਾਡਾ ਕੋਈ ਇਮੀਡੀਏਟ ਫੈਮਿਲੀ ਮੈਂਬਰ ਉੱਥੇ ਰਹਿੰਦਾ ਹੈ, ਅੰਕਲ, ਆਂਟ, ਨੀਸ, ਨੈਫਿਊ, ਬ੍ਰਦਰ, ਸਿਸਟਰ, ਮਦਰ, ਚਾਈਲਡ ਤੇ ਪੇਰੈਂਟ, ਤੇ ਤੁਹਾਨੂੰ ਐਕਸਟਰਾ ਪੁਆਇੰਟਸ ਮਿਲ ਸਕਦੇ ਨੇ ਜੇ ਤੁਸੀਂ ਐਡਵਾਂਟੇਜ ਅਲਬਰਟਾ ਐਡਵਾਂਟੇਜ ਦੇ ਵਿੱਚ ਤੁਹਾਡੀ ਐਪਲੀਕੇਸ਼ਨ ਲੱਗੀ ਹੋਈ ਹੈ ਤਾਂ। ਬਟ ਐਸ ਸੱਚ ਇਮੀਡੀਏਟਲੀ ਸਪਿਕ ਹੋ ਜਾਏਗਾ, ਇਹੋ ਜਿਹਾ ਕੋਈ ਵੀ ਪ੍ਰੋਗਰਾਮ ਐਗਜ਼ਿਸਟ ਨਹੀਂ ਕਰਦਾ ਜਿਹਦੇ ਵਿੱਚ ਇਮੀਡੀਏਟਲੀ ਫੈਮਿਲੀ ਸਿਰਫ ਫੈਮਿਲੀ ਬੌਂਡ ਦੇ ਉੱਤੇ ਐਪਲੀਕੇਸ਼ਨ ਲਗਾ ਸਕਣ। ਟੀਚਰਸ ਅਸਿਸਟੈਂਟ ਦੇ ਉੱਤੇ ਵੀ ਇਸ ਵਕਤ ਕਾਫੀ ਜ਼ਿਆਦਾ ਫੋਕਸ ਹੋ ਰਿਹਾ ਵਾ ਕਿ ਇਹ ਵੀ ਹੁਣ ਕੈਨੇਡਾ ਵਿੱਚ ਆ ਸਕਦੇ ਆ, ਐਕਸਪ੍ਰੈਸ ਐਂਟਰੀ ਦੇ ਵਿੱਚ ਆਪਣੀ ਫਾਈਲ ਲਗਾ ਸਕਦੇ ਆ। ਇਹ ਕਿਹੜਾ ਪ੍ਰੋਫੈਸ਼ਨ ਹੈਗਾ ਸਰ ਤੇ ਕੌਣ ਇਹਦੇ ਲਈ ਐਲੀਜੀਬਲ ਹੋ ਸਕਦਾ? ਤਰਨ ਜੀ, 16 ਆਕੂਪੇਸ਼ਨ ਇਹੋ ਜਿਹੇ ਸੀਗੇ ਜਿਹੜੇ ਨੌਕ ਸੀ ਚੋਂ ਨੌਕ ਬੀ ਦੇ ਵਿੱਚ ਮੂਵ ਹੋਏ ਨੇ। ਸੋ ਟੀਚਿੰਗ ਅਸਿਸਟੈਂਟ ਇਜ਼ ਵਨ ਆਫ ਸੱਚ ਆਕੂਪੇਸ਼ਨ, ਜਿਹੜਾ ਪਹਿਲੇ ਨੌਕ ਸੀ ਦੇ ਵਿੱਚ ਸੀਗਾ ਹੁਣ ਨੌਕ ਬੀ ਦੇ ਵਿੱਚ ਆ ਗਿਆ। ਸੋ ਜਿਨ੍ਹਾਂ ਦੇ ਕੋਲ ਟੀਚਿੰਗ ਦਾ ਐਕਸਪੀਰੀਅੰਸ ਹੈਗਾ ਆ ਕੈਨੇਡਾ ਤੋਂ, ਹੁਣ ਟੀਚਿੰਗ ਦੇ ਵਿੱਚ ਸਟ੍ਰੇਟ ਅਵੇ ਉਹ ਆ ਕੇ ਟੀਚ ਨਹੀਂ ਕਰ ਸਕਦੇ ਬਿਕੋਜ਼ ਟੀਚਿੰਗ ਇਜ਼ ਅ ਲਾਇਸੈਂਸਡ ਆਕੂਪੇਸ਼ਨ। ਕੈਨੇਡਾ ਦੇ ਵਿੱਚ ਪੜ੍ਹਾਉਣ ਵਾਸਤੇ, ਟੀਚ ਕਰਨ ਵਾਸਤੇ ਤੁਹਾਨੂੰ ਲਾਇਸੈਂਸ ਚਾਹੀਦਾ। ਸੋ ਜਿਹਦੇ ਕੋਲ ਲਾਇਸੈਂਸ ਨਹੀਂ ਹੈਗਾ, ਜੇ ਇਹੋ ਜਿਹੀ ਜੌਬ ਆਫਰ ਹੁੰਦੀ ਹੈ ਜਿਹਦੀ ਲਾਇਸੈਂਸਿੰਗ ਰਿਕੁਆਇਰਮੈਂਟ ਨਹੀਂ ਹੈਗੀ, ਉਹ ਐਡਵਾਂਟੇਜ ਹੋਏਗਾ। ਇਸੇ ਤਰ੍ਹਾਂ ਫਾਰਮੇਸੀ ਟੈਕਨੀਸ਼ੀਅਨਸ ਹੈਗੇ ਨੇ, ਐਸੇ ਡੈਂਟਲ ਟੈਕਨੀਸ਼ੀਅਨਸ ਹੈਗੇ ਨੇ, ਇਹ ਵੀ ਹੁਣ ਨੌਕ ਬੀ ਦੇ ਵਿੱਚ ਆ ਗਏ ਨੇ। ਗੱਲ ਕਰਾਂਗੇ, ਸਾਡੇ ਨਾਲ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਤਰਨ ਜੀ, ਮੈਂ ਚੌਰੀ ਬੋਲ ਰਿਹਾ ਤੇ ਸਤਿ ਸ਼੍ਰੀ ਅਕਾਲ ਐਮਡੀ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਰੀਸੈਂਟਲੀ ਥੋੜੇ ਦਿਨ ਪਹਿਲੇ ਆਪਾਂ ਨਿਊਜ਼ ਸੁਣੀ ਸੀ ਕੰਸਟਰਕਸ਼ਨ ਵਰਕਰਸ ਦੇ ਜਿਹੜੇ ਇਲੀਗਲ ਹੈਗੇ ਆ 500 to 1000 ਉਹ ਕਹਿ ਰਹੇ ਸੀ ਵੀ ਉਹ ਪੱਕੇ ਕਰ ਰਹੇ ਆ, ਤੇ ਇਹਦੇ ਵਿੱਚ ਉਹ ਕਿਵੇਂ ਆਇਡੈਂਟੀਫਾਈ ਕਰਨਗੇ ਉਹ ਤੇ ਇਲੀਗਲ ਹੈਗੇ ਆ ਤੇ ਕੰਸਟਰਕਸ਼ਨ ਵਰਕ ਕਿਵੇਂ ਕਰ ਰਹੇ ਆ? ਉਹਨਾਂ ਕੋਲ ਤਾਂ ਫਿਰ ਜੇ ਉਹ ਇਲੀਗਲ ਹੈ ਤਾਂ ਕੰਮ ਕਿਵੇਂ ਕਰ ਰਹੇ ਆ? ਆਇਡੈਂਟੀਫਾਈ ਕਿਵੇਂ ਹੋਏਗਾ ਕਿ ਜੀ ਉਹ ਰੀਅਲੀ ਕੰਸਟਰਕਸ਼ਨ ਵਰਕਰ ਨੇ ਤੇ ਉਹ ਕਿਸੇ ਕੰਪਨੀ 'ਚ ਲੱਗੇ ਹੋਏ ਨੇ? ਕੰਪਨੀ ਕਿਵੇਂ ਲੈਂਦੀ ਜੇ ਉਹਨਾਂ ਕੋਲ ਕੋਈ ਡਾਕੂਮੈਂਟਸ ਨਹੀਂ ਹੈ? ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ 'ਚ ਕਾਲ ਕੀਤੀ ਹੈ। ਥੈਂਕ ਯੂ ਜੀ ਸਰ। ਤੇਰਾ ਨਾ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀਗਾ ਐਂਡ 2019 ਦੇ ਵਿੱਚ ਵੀ ਇਸ ਪਾਇਲਟ ਪ੍ਰੋਜੈਕਟ ਦੇ ਵਿੱਚ 500 ਐਪਲੀਕੇਸ਼ਨਸ ਲਿੱਤੀਆਂ ਗਈਆਂ ਸੀਗੀਆਂ। ਸੋ ਇਹ ਕੰਸਟਰਕਸ਼ਨ ਕਾਂਗਰਸ ਜਿਹੜੀ ਕੰਸਟਰਕਸ਼ਨ ਯੂਨੀਅਨਸ ਹੈਗੀਆਂ ਉਹਨਾਂ ਦੇ ਰਾਹੀਂ ਇਹ ਐਪਲੀਕੇਸ਼ਨ IRCC ਦੀ ਪਾਰਟਨਰਸ਼ਿਪ ਦੇ ਵਿੱਚ ਵਰਕ ਹੋ ਰਹੀਆਂ ਹੈਗੀਆਂ। ਸੋ ਜਦੋਂ ਤੁਸੀਂ ਰਜਿਸਟਰਡ ਹੈਗੇ ਹੋ ਇਹਨਾਂ ਆਰਗੇਨਾਈਜੇਸ਼ਨਸ ਦੇ ਨਾਲ ਤੇ ਉਹਨਾਂ ਦੀ ਤੁਹਾਡੀ ਫੀਸ ਪੇ ਕੀਤੀਆਂ ਹੋਈਆਂ ਤੇ ਤੁਸੀਂ ਉਹਨਾਂ ਦੇ ਲੈਜੀਟੀਮੇਟ ਮੈਂਬਰ ਹੈਗੇ ਹੋ। ਸੋ ਅੱਜ ਤੁਹਾਡੇ ਕੋਲ ਸਟੇਟਸ ਨਹੀਂ ਹੈਗਾ, ਬਟ ਟੈਕਨੀਕਲੀ ਬਹੁਤ ਸਾਰੇ ਐਪਲੀਕੈਂਟਸ ਇਹੋ ਜਿਹੇ ਹੈਗੇ ਨੇ ਜਿਹੜੇ ਲੀਗਲੀ ਨਹੀਂ ਇਲੀਗਲੀ ਕੰਮ ਕਰਦੇ ਆ ਰਹੇ ਨੇ। ਐਂਡ ਉਹ ਕੰਪਨੀਆਂ ਕਿਸ ਤਰ੍ਹਾਂ ਕਰ ਰਹੀਆਂ ਉਹਦੇ ਵਾਸਤੇ ਮੈਂ ਤੁਹਾਨੂੰ ਐਕਚੁਅਲ ਆਨਸਰ ਨਹੀਂ ਦੇ ਸਕਦਾ ਕਿ ਕੰਪਨੀਆਂ ਕਿਸ ਤਰ੍ਹਾਂ ਕਰਵਾ ਰਹੀਆਂ ਇਹੋ ਜਿਹੇ ਐਪਲੀਕੈਂਟਸ ਤੋਂ ਕੰਮ, ਬਟ ਇਹੋ ਜਿਹੀਆਂ ਚੀਜ਼ਾਂ ਚਲਦੀਆਂ ਆ ਰਹੀਆਂ ਹੈਗੀਆਂ। ਸੋ ਉਹ ਐਪਲੀਕੇਸ਼ਨਸ ਉਸ ਕਾਂਗਰਸ ਦੇ ਥਰੂ
IRCC ਦੇ ਥਰੂ ਹੋਣੀਆਂ ਹੈਗੀਆਂ। ਸੋ ਉਹਨਾਂ ਨੂੰ ਪ੍ਰੂਵ ਕਰਨਾ ਪਏਗਾ। ਉਹ ਕੰਪਨੀਜ਼ ਵੀ ਉਹਨਾਂ ਦੇ ਕੋਲ ਰਜਿਸਟਰਡ ਹੋਣੀਆਂ ਚਾਹੀਦੀਆਂ ਕੰਸਟਰਕਸ਼ਨ ਦੇ ਨਾਲ, ਤੇ ਉਹ ਐਪਲੀਕੈਂਟ ਵੀ ਉਹ ਉੱਥੇ ਰਜਿਸਟਰਡ ਹੋਣਾ ਚਾਹੀਦਾ, ਤਾਂ ਹੀ ਐਪਲੀਕੇਸ਼ਨਸ ਥਰੂ ਹੋ ਸਕਦੀਆਂ ਪਾਇਲਟ ਦੇ ਵਿੱਚ। ਜੀ ਬਿਲਕੁਲ, ਆਪਾਂ ਵਾਪਸ ਆਪਣੇ ਟੌਪਿਕ ਤੇ ਆਈਏ। ਤੁਸੀਂ ਟੀਚਿੰਗ ਅਸਿਸਟੈਂਟਸ ਦੀ ਗੱਲ ਕਰਦੇ ਪਏ ਸੀ, ਤੁਸੀਂ ਕਿਹਾ ਕਿ ਹੋਰ ਵੀ ਕਈ ਅਸਿਸਟੈਂਟਸ ਜਿਹੜੇ ਹੈਗੇ ਉਹ ਨੌਕ ਸੀ ਤੋਂ ਨੌਕ ਬੀ ਦੇ ਵਿੱਚ ਆ ਚੁੱਕੇ ਨੇ। ਸੋ ਸਰ ਇਹਨਾਂ ਦੀ ਜਦੋਂ ਪ੍ਰੋਸੈਸਿੰਗ ਦੀ ਗੱਲ ਕਰਦੇ ਆ ਤਾਂ ਇਹ ਜਿਵੇਂ ਤੁਸੀਂ ਲਾਸਟ ਟਾਈਮ ਦੱਸਿਆ ਸੀ ਕਿ ਟੀਰ ਸਿਸਟਮ ਦੇ ਅਕੋਰਡਿੰਗ ਆ ਗਿਆ ਤੇ ਹੁਣ ਨੰਬਰ 3 ਤੱਕ ਜਿਹੜੇ ਇਹ ਕਰ ਸਕਦੇ ਆ। ਅੱਗੇ ਕੀ ਆਪਣੇ ਸਪਾਊਸਸ ਵਗੈਰਾ ਨੂੰ ਵੀ ਸਪਾਂਸਰ ਕਰ ਸਕਦੇ ਆ? ਕਿਹਾ ਜਾ ਰਿਹਾ ਸੀ ਕਿ ਐਵੇਂ ਦਾ ਪ੍ਰੋਗਰਾਮ ਆਏਗਾ ਜਿਹਦੇ ਵਿੱਚ ਤੁਸੀਂ ਆਪਣੇ ਸਪਾਊਸਸ ਨੂੰ ਵੀ ਓਪਨ ਵਰਕ ਪਰਮਿਟ ਤੇ ਬੁਲਾ ਸਕਦੇ ਹੋ। ਬਿਲਕੁਲ 100% ਤਰਨ ਜੀ, ਇਸ ਟਾਈਮ ਤੇ 3 ਫੇਜ਼ਸ ਦੇ ਵਿੱਚ ਆ ਚੀਜ਼ਾਂ ਲਾਂਚ ਹੋਣੀਆਂ ਕਿ ਜਿਹੜੇ ਵੀ ਬਿਕੋਜ਼ ਓਕੇ ਹੁਣ ਆਪਾਂ ਵਾਪਸ ਆ ਜਾਈਏ ਕਿ ਹੋ ਕੀ ਰਿਹਾ। ਹਲੇ ਵੀ ਜਿਹੜੀਆਂ ਵੈਕੈਂਸੀਜ਼ ਹੈਗੀਆਂ ਕੈਨੇਡਾ ਦੇ ਵਿੱਚ ਉਹ 9,60,000 ਦੇ ਆਸ-ਪਾਸ ਲਾਸਟ ਫਿਗਰਸ ਹੈਗੀਆਂ। ਕੈਨੇਡਾ ਦੇ ਵਿੱਚ 9,60,000 ਦੇ ਆਸ-ਪਾਸ ਵੈਕੈਂਸੀਜ਼ ਐਜ਼ ਆਫ ਟੁਡੇ ਐਗਜ਼ਿਸਟ ਕਰ ਰਹੀਆਂ। ਡਿਸਪਾਈਟ ਦਾ ਫੈਕਟ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਪਹਿਲੇ 20 ਘੰਟੇ ਕੰਮ ਕਰ ਸਕਦੇ ਹੁਣ 40 ਘੰਟੇ ਕੰਮ ਕਰ ਸਕਦੇ ਜਾਂ ਫੁੱਲ ਟਾਈਮ ਕੰਮ ਕਰ ਸਕਦੇ, ਉਸ ਦੇ ਬਾਵਜੂਦ ਵੀ ਵੈਕੈਂਸੀਜ਼ 9,60,000 ਤੇ ਖੜੀਆਂ ਹੈਗੀਆਂ। ਸੋ ਇਮੀਗ੍ਰੇਸ਼ਨ ਮਿਨਿਸਟਰ ਸਾਨੂੰ ਇਮੀਡੀਏਟਲੀ ਸਾਨੂੰ ਇਹ ਪ੍ਰੋਬਲਮ ਰਿਜ਼ੋਲਵ ਕਰਨ ਵਾਸਤੇ ਵਰਕਫੋਰਸ ਚਾਹੀਦੀ ਹੈਗੀ। ਸੋ ਵਰਕਫੋਰਸ ਇਮੀਡੀਏਟਲੀ ਕਿਹੜੀ ਆ ਸਕਦੀ ਹੈ? ਜਿਨ੍ਹਾਂ ਦੇ ਸਪਾਊਸਸ ਪਹਿਲੇ ਹੀ ਕੈਨੇਡਾ ਦੇ ਵਿੱਚ ਸਟੱਡੀ ਪਰਮਿਟ ਦੇ ਵਿੱਚ ਵਰਕ ਪਰਮਿਟ ਦੇ ਵਿੱਚ ਕੰਮ ਕਰ ਰਹੇ ਨੇ, ਨੌਕ OA B C D ਕਿਸੇ ਵੀ ਨੌਕ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ, ਟੀਅਰ 0 1 2 3 4 5 ਦੇ ਵਿੱਚ। ਸੋ ਹਲੇ ਇਹ 3 ਫੇਜ਼ਸ ਦੇ ਵਿੱਚ ਇਹ ਪ੍ਰੋਗਰਾਮ ਇੰਪਲੀਮੈਂਟੇਸ਼ਨ ਹੋ ਰਿਹਾ। ਹਲੇ ਫਸਟ ਫੇਜ਼ ਦੀ ਇੰਪਲੀਮੈਂਟੇਸ਼ਨ ਹੋਈ ਹੈ, ਹੁਣ ਨੌਕ B ਤੱਕ ਦੀ ਹੋਏਗੀ, ਫਿਰ ਟੀਅਰ 4 5 ਦੀ ਵੀ ਹੋਏਗੀ। ਸੋ ਉਹਨਾਂ ਦੇ ਵੀ ਸਪਾਊਸਸ, ਉਹਨਾਂ ਦੀ ਵੀ ਫੈਮਿਲੀ ਸਾਰੀ ਐਲੀਜੀਬਲ ਹੋ ਜਾਏਗੀ ਓਪਨ ਵਰਕ ਪਰਮਿਟ ਤੇ ਕੰਮ ਕਰਨ ਵਾਸਤੇ। ਸੋ ਬੇਸਿਕਲੀ ਜਿਹੜਾ ਇਸ ਟਾਈਮ ਤੇ ਪ੍ਰੈਸ਼ਰ ਬਣਿਆ ਹੋਇਆ ਹੈਗਾ ਵਰਕਫੋਰਸ ਸ਼ਾਰਟੇजेस ਦਾ, ਉਹਨੂੰ ਰਿਲੀਵ ਕਰਨ ਵਾਸਤੇ ਇਹ ਸਾਰੇ ਮੈਜਰਸ ਲਿੱਤੇ ਜਾ ਰਹੇ ਨੇ। ਤਰਨ ਜੀ ਇੱਕ ਚੀਜ਼ ਹੋਰ ਕਹੂੰਗਾ ਕਿ ਇਸ ਟਾਈਮ ਤੇ ਜਿਹੜਾ ਈਵਨ ਅਸੀਂ ਪਬਲਿਕ ਪਾਲਿਸੀ ਦੀ ਗੱਲ ਹਮੇਸ਼ਾ ਤਕਰੀਬਨ ਹਰ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਸੋ ਪਬਲਿਕ ਅੱਜ 8 ਫਰਵਰੀ ਹੋ ਚੁੱਕੀ ਹੈ, ਰਾਈਟ? 28 ਫਰਵਰੀ ਤੱਕ ਪਬਲਿਕ ਪਾਲਿਸੀ ਐਗਜ਼ਿਸਟ ਕਰ ਰਹੀ ਹੈਗੀ ਹੈ ਕਿ ਤੁਸੀਂ ਕੋਈ ਕੈਨੇਡਾ ਵਿਜ਼ਟਰ ਤੇ ਆਂਦਾ ਤੇ ਉਹ ਆ ਕੇ ਵਰਕ ਪਰਮਿਟ ਲੈ ਸਕਦਾ ਪ੍ਰੋਵਾਈਡਡ LMI ਮਿਲ ਜਾਏ। ਸੋ ਪਹਿਲੀ ਗੱਲ ਤਾਂ ਜਿਹਨੇ ਵੀ ਪਹਿਲੇ ਆਪਾਂ ਕਾਲ ਲੈ ਲਈ, ਫਿਰ ਆਪਾਂ ਵਿਲ ਕਮ ਬੈਕ ਟੂ ਦਿਸ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਬ੍ਰਿਟਿਸ਼ ਕੋਲੰਬੀਆ ਤੋਂ ਬੋਲਦਾ ਜੀ। ਮੇਰਾ ਨਾਮ ਨਵਜੋਤ ਸਿੰਘ ਹੈ ਜੀ। ਜੀ ਹਾਂਜੀ, ਮੈਂ ਮਨੁਦੱਤਾ ਜੀ ਨੂੰ ਪੁੱਛਣਾ ਚਾਹੁੰਦਾ ਸੀ ਜੀ, ਮੇਰੇ ਕੋਲ ਨਾ 2 ਸਾਲ ਦਾ ਐਕਸਪੀਰੀਅੰਸ ਹੈ ਟਰੱਕਿੰਗ ਦੇ ਵਿੱਚ, ਲੌਂਗ ਹਾਲ ਟਰੱਕ ਡਰਾਈਵਰ। ਤੇ ਮੇਰੇ ਕੋਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮੇਰੇ ਕੋਲ LMI ਬੇਸਡ ਵਰਕ ਪਰਮਿਟ ਆ ਤੇ ਮੇਰੇ ਆਈਲੈਟਸ ਦੇ ਵਿੱਚ 4.5 ਬੈਂਡ ਆ। ਤੇ ਕਿੱਦਾਂ ਮੈਨੂੰ ਇੱਥੇ ਦਾ ਸਕੋਰ ਕਾਫੀ ਹਾਈ ਚੱਲ ਰਿਹਾ ਵਾ, ਤਾਂ ਮੈਨੂੰ ਕਿੱਦਾਂ ਪ੍ਰੋਵਿੰਸ ਮੂਵ ਕਰਨੀ ਚਾਹੀਦੀ ਆ ਜਾਂ ਕਿੱਦਾਂ ਮੈਨੂੰ ਵੇਟ ਕਰਨੀ ਚਾਹੀਦੀ ਆ? ਮੈਂ ਇਹਦੇ ਬਾਰੇ ਗੱਲ ਕਰਨੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ 'ਚ ਕਾਲ ਕੀਤੀ ਆ। ਨੈਕਸਟ ਕਾਲਰ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਅਸੀਂ ਕੈਨੇਡਾ ਤੋਂ ਬੋਲ ਰਹੇ ਹਾਂ ਜੀ। ਔਰ ਮੈਂ ਮੰਮੀ ਡੈਡੀ ਕਿਦੋਂ ਸੁਪਰ ਵੀਜ਼ੇ ਤੇ ਇੱਥੇ ਰਹਿੰਦੇ, ਸੁਪਰ ਵੀਜ਼ੇ ਤੇ ਆਇਓ। ਉਹਨਾਂ HMC ਦਾ ਪੁੱਛਣਾ ਸੀ, ਕਿਦਾਂ 9 ਸਾਲ ਹੋਏ, ਕਿਦਾਂ 9 ਮਹੀਨੇ ਤਾਂ ਇੰਡੀਆ ਗਏ ਵਾਪਸ, ਕਿਦਾਂ ਇੰਨਾ ਜ਼ਿਆਦਾ ਨਹੀਂ, 2 ਵਾਰੀ ਜਾਂ। ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ ਪ੍ਰੋਗਰਾਮ ਦੇ ਵਿੱਚ। ਸਰ ਪਹਿਲਾਂ ਜਿਨ੍ਹਾਂ ਨੇ ਨਵਜੋਤ ਸਿੰਘ ਜੀ ਨੇ ਪੁੱਛਿਆ ਸੀ ਕਿ ਕੀ ਪ੍ਰੋਵਿੰਸ ਮੂਵ ਕਰ ਜਾਣਾ ਚਾਹੀਦਾ? ਨਵਜੋਤ ਜੀ, ਮੈਂ ਹਮੇਸ਼ਾ ਤਕਰੀਬਨ ਹਰ ਪ੍ਰੋਗਰਾਮ ਦੇ ਵਿੱਚ ਕਹਿੰਦਾ ਕਿ ਓਨਟਾਰੀਓ ਦਾ ਤੇ ਬ੍ਰਿਟਿਸ਼ ਕੋਲੰਬੀਆ ਦਾ ਮੋਹ ਛੱਡਣਾ ਪੈਣਾ ਆ ਜੇ ਪਰਮਾਨੈਂਟ ਰੈਜ਼ੀਡੈਂਸੀ ਤੁਹਾਡਾ ਮੋਟਿਵ ਹੈਗਾ ਆ। ਜੇ ਇਕੱਲਾ ਵਰਕ ਪਰਮਿਟ ਮੋਟਿਵ ਹੈਗਾ ਤੇ ਓਨਟਾਰੀਓ ਦੇ ਵਿੱਚ ਵੀ ਵਰਕ ਕਰੀ ਜਾਓ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਕੰਮ ਕਰੀ ਜਾਓ, ਬਟ ਫਿਰ PR ਬਾਰੇ ਨਾ ਸੋਚੋ। ਬਿਕੋਜ਼ ਤੁਹਾਨੂੰ ਪਤਾ ਹੈ ਕਿ ਤੁਸੀਂ ਪਿਛਲੇ 2 ਸਾਲਾਂ ਤੋਂ ਕੰਮ ਕਰ ਰਹੇ ਹੋ ਤੇ ਇਹ ਡਰॉस ਤੁਹਾਡੇ ਟੱਚ ਹੋ ਵੀ ਸਕਦੇ ਜਾਂ ਨਹੀਂ ਹੋ ਸਕਦੇ। 4.5 ਬੈਂਡ ਨਾਲ ਤੇ ਟੱਚ ਹੋਣੇ ਹੋਰ ਵੀ ਡਿਫਿਕਲਟ ਹੈਗੇ ਨੇ। ਸੋ ਮੈਂ ਹਮੇਸ਼ਾ ਕਹਿੰਦਾ ਹੈਗਾ ਜੀ, ਗੋ ਟੂ ਦੋਜ਼ ਪ੍ਰੋਵਿੰਸਿਸ ਜਿੱਥੇ ਅੱਜ ਦੀ ਤਰੀਕ ਦੇ ਵਿੱਚ PNP ਦੇ ਵਿੱਚ ਪੁਆਇੰਟ ਸਿਸਟਮ ਐਗਜ਼ਿਸਟ ਨਹੀਂ ਕਰਦਾ। ਫॉर दैट ਮੈਟਰ ਤੁਸੀਂ 2 ਸਾਲ ਦਾ ਤੁਹਾਡਾ ਐਕਸਪੀਰੀਅੰਸ ਹੋ ਗਿਆ, ਈਵਨ ਤੁਹਾਨੂੰ ਨਿਊ ਬ੍ਰਾਂਸਵਿਕ ਦੇ ਵਿੱਚ ਵੀ ਜੌਬ ਮਿਲ ਜਾਂਦੀ ਹੈ, ਅਗੇਨ LMIA ਬੇਸਡ ਜੌਬ ਹੋਏਗੀ ਤੁਹਾਡੀ, ਐਂਡ ਜਾਂ ਨੋਵਾ ਸਕੋਸ਼ੀਆ ਦੇ ਮਿਲ ਜਾਂਦੀ, ਤੁਸੀਂ 6 ਮਹੀਨੇ ਜਾਂ 1 ਸਾਲ ਕੰਮ ਕਰਨ ਤੋਂ ਬਾਅਦ ਆਪਣੀ PNP ਲਗਾ ਸਕਦੇ ਹੋ, ਬਿਕੋਜ਼ ਉੱਥੇ ਪੁਆਇੰਟ ਸਿਸਟਮ ਐਸ ਸੱਚ ਨਹੀਂ ਹੈਗਾ। ਐਂਡ ਜੇ ਸਟ੍ਰੇਟ ਅਵੇ ਐਮਪਲੋਇਰ ਮਿਲਦਾ ਹੈਗਾ ਤੇ ਸਟ੍ਰੇਟ ਅਵੇ AIP ਵਾਸਤੇ ਜਿਹੜਾ ਕੁਆਲੀਫਾਈਡ ਆ, ਸਟ੍ਰੇਟ ਅਵੇ AIP ਵੀ ਤੁਹਾਡੀ ਅਪਲਾਈ ਕਰ ਸਕਦਾ ਹੈਗਾ। ਸੋ ਐਬਸੋਲੂਟਲੀ ਤੁਹਾਨੂੰ ਮੂਵ ਕਰਨ ਵਾਸਤੇ ਮੇਰਾ ਸੁਜੈਸ਼ਨ ਹੋਏਗਾ, ਮੂਵ ਟੂ ਅ ਡਿਫਰੈਂਟ ਪ੍ਰੋਵਿੰਸ ਐਂਡ ਲੁੱਕ ਫॉर PNPs। ਜੀ ਉਸ ਤੋਂ ਬਾਅਦ ਕੈਲਗਰੀ ਤੋਂ ਕਾਲ ਆਈ ਸੀ, ਮਦਰ ਫਾਦਰ ਇੱਥੇ ਸੁਪਰ ਵੀਜ਼ਾ ਤੇ ਨੇ, ਲਗਭਗ 9 ਮਹੀਨੇ ਲਈ ਹਾਰਡਲੀ ਵਿੱਚ ਦੀ ਗਏ ਆ, ਅਦਰਵਾਈਜ਼ ਇੱਥੇ ਹੀ ਰਹੇ ਨੇ। HNC ਦੇ ਆਪਸ਼ਨਸ ਜਾਣਨਾ ਚਾਹੁੰਦੇ ਨੇ। HNC ਦੇ ਵਿੱਚ ਐਪਲੀਕੇਸ਼ਨ ਤੁਸੀਂ ਜ਼ਰੂਰ ਲਗਾ ਸਕਦੇ ਹੋ, ਬਟ HNC ਦੇ ਵਿੱਚ ਹਿਊਮਨਿਟੇਰੀਅਨ ਐਂਡ ਕੰਪੈਸ਼ਨੇਟ ਗਰਾਊਂਡ ਦੇ ਕੁਝ ਸਰਕਮਸਟੈਂਸਸ
ਕੁਝ ਨਜ਼ਰ ਆਣੀ ਚਾਹੀਦੀਆਂ ਹੈਗੀਆਂ ਆਫੀਸਰ ਨੂੰ। ਐਂਡ ਉਹ ਕੈਨੇਡੀਅਨ ਸੋਸਾਇਟੀ ਦੇ ਵਿੱਚ ਕਿਸ ਤਰ੍ਹਾਂ ਇੰਟੀਗ੍ਰੇਟ ਹੋਏ ਨੇ, ਕੈਨੇਡੀਅਨ ਸੋਸਾਇਟੀ ਦੇ ਵਿੱਚ ਕਿਸ ਤਰ੍ਹਾਂ ਹੈਲਪਫੁਲ ਹੋਏ ਨੇ, ਕਿਹੜੇ ਕਲੱਬ ਜੁਆਇਨ ਕੀਤੇ ਹੋਏ ਨੇ। ਕੋਈ 올ਡ ਏਜ ਕਲੱਬਸ ਹੈਗੇ ਨੇ ਜਿੱਥੇ ਉਹ ਕੰਮ ਕਰ ਰਹੇ ਨੇ, ਆਪਣੀ ਸਰਵਿਸਿਜ਼ ਰੈਂਡਰ ਕਰ ਰਹੇ ਨੇ, ਆਪਣੇ ਵੋਲੰਟੀਅਰ ਵਰਕ ਕਰ ਰਹੇ ਨੇ ਕਿਸੇ ਕਮਿਊਨਿਟੀ ਆਰਗੇਨਾਈਜੇਸ਼ਨ ਸੇ ਗੁਰੂ ਘਰ ਦੇ ਵਿੱਚ। ਸੋ ਉਹ ਸਾਰੀਆਂ ਚੀਜ਼ਾਂ ਸਪੋਰਟਿੰਗ ਐਵੀਡੈਂਸਸ ਡਾਕੂਮੈਂਟਸ ਤੁਹਾਨੂੰ ਪੁੱਟ ਅਪ ਕਰਨੇ ਪੈਣੇ ਨੇ। ਸੋ ਜੇ ਕਰ ਸਕਦੇ ਹੋ ਤਾਂ ਐਬਸੋਲੂਟਲੀ ਯੂ ਕੈਨ ਡੈਫੀਨਿਟਲੀ ਪੁੱਟ ਅਪ ਐਨ ਐਪਲੀਕੇਸ਼ਨ ਔਨ ਹਿਊਮੈਨਿਟੇਰੀਅਨ ਐਂਡ ਕੰਪੈਸ਼ਨੇਟ ਗਰਾਊਂਡਸ। ਜੀ ਬਿਲਕੁਲ। ਤੇ ਆਪਾਂ ਵਾਪਸ ਟੌਪਿਕ ਤੇ ਆਏ, ਤੁਸੀਂ ਦੱਸ ਰਹੇ ਸੀ ਜਿਹੜੇ ਇਸ ਵਕਤ ਇੱਥੇ ਵਿਜ਼ਟਰ ਵੀਜ਼ਾ ਤੇ ਆਏ ਹੋਏ ਨੇ ਵਰਕ ਪਰਮਿਟ ਲਈ, ਤੁਸੀਂ ਕਹਿ ਰਹੇ ਸੀ। ਬਿਲਕੁਲ ਤਰ੍ਹਾਂ ਜੀ, ਅੱਜ 8 ਤਰੀਕ ਹੋ ਚੁੱਕੀ ਹੈ, 28 ਤਰੀਕ ਤੱਕ ਹੈ ਪਬਲਿਕ ਪਾਲਿਸੀ ਐਗਜ਼ਿਸਟ ਕਰ ਰਹੀ ਹੈ ਅੰਟਿਲ ਅਨਲੈਸ ਇਟ ਗੈਟਸ ਐਕਸਟੈਂਡਡ ਅਗੇਨ। ਬਟ ਐਜ਼ ਆਫ ਟੁਡੇ ਐਕਸਟੈਂਸ਼ਨ ਦੇ ਉੱਤੇ ਕੋਈ ਨਿਊਜ਼ ਨਹੀਂ ਹੈਗੀ। ਸੋ ਜਿੰਨੇ ਵੀ ਵਿਜ਼ਟਰ ਆਏ ਹੋਏ ਨੇ, ਦਿਸ ਪ੍ਰੋਬੇਬਲੀ ਇਜ਼ ਅ ਗੋਲਡਨ ਟਾਈਮ ਜੇ ਤੁਸੀਂ ਆਪਣਾ PR ਲੈਣਾ ਚਾਹੁੰਦੇ ਹੋ, ਆਪਣਾ ਵਰਕ ਪਰਮਿਟ ਲੈਣਾ ਚਾਹੁੰਦੇ ਹੋ। ਐਂਡ ਮੈਂ ਇੱਕ ਚੀਜ਼ ਹੋਰ ਕਹੂੰਗਾ ਕਿ ਜਦੋਂ ਵੀ ਤੁਹਾਨੂੰ ਕੋਈ ਜੌਬ ਆਫਰ ਮਿਲ ਰਹੀ ਹੈ, LMI ਮਿਲ ਰਿਹਾ, ਆਪਣੇ ਕੰਸਲਟੈਂਟ ਆਪਣੇ ਲਾਇਰ ਨਾਲ ਬੈਠ ਕੇ ਇੱਕ ਵਾਰੀ ਠੰਡੇ ਦਿਮਾਗ ਦੇ ਨਾਲ ਜ਼ਰੂਰ ਸੋਚੋ ਕਿ ਆ ਜਿਹੜਾ LMI ਹੈਗਾ, ਆ ਮੇਰੀ ਜੌਬ ਹੈਗੀ ਹੈ, ਇਹ ਮੈਨੂੰ PR ਵਾਲੇ ਪਾਸੇ ਲੈ ਕੇ ਵੀ ਜਾ ਰਹੀ ਹੈ ਜਾਂ ਨਹੀਂ ਹੈ ਜਾ ਰਹੀ। ਕहीं ਕਿਤੇ ਇਸ ਤਰ੍ਹਾਂ ਹੀ ਨਾ ਹੋਵੇ ਕਿ ਤੁਸੀਂ ਜਿਸ ਤਰ੍ਹਾਂ ਭਾਜੀ ਨੇ ਫੋਨ ਕੀਤਾ ਸੀਗਾ ਬ੍ਰਿਟਿਸ਼ ਕੋਲੰਬੀਆ ਤੋਂ, ਤੁਸੀਂ ਵੀ 2 ਸਾਲ ਵੇਟ ਕਰਨ ਤੋਂ ਬਾਅਦ ਵੀ ਤੁਹਾਡੇ ਸਰਕਮਸਟੈਂਸਸ ਸਾਹਮਣੇ ਨਜ਼ਰ ਕਲੀਅਰ ਨਾ ਹੋਣ। ਸੋ ਮੈਂ ਹਮੇਸ਼ਾ ਕਹਿੰਦਾ ਕਿ ਮੂਵ ਟੂ ਦੋਜ਼ ਪ੍ਰੋਵਿੰਸਸ ਜਿੱਥੇ PNP ਰਿਲੇਟਿਵਲੀ ਈਜ਼ੀਅਰ ਹੈਗੀ ਹੈ। ਸਾਡੀ ਕਮਿਊਨਿਟੀ ਦੇ ਵਿੱਚ ਤਰਨ ਜੀ, ਅਸੀਂ ਪੰਜਾਬੀਆਂ ਦੇ ਵਿੱਚ ਨਾ ਇੱਕ ਜ਼ਿਆਦਾ ਹੈਗਾ ਕਿ ਅਸੀਂ ਟਰੱਕਿੰਗ ਵਾਲੇ ਪਾਸੇ ਨੂੰ ਦੌੜਦੇ ਹੈਗੇ ਆ। ਉਹਦੇ 'ਚ ਪਤਾ ਨਹੀਂ ਕਿਉਂ ਸਾਨੂੰ ਲੱਗਦਾ ਕਿ ਸਾਡੇ ਦੋਸਤਾਂ ਮਿੱਤਰਾਂ ਨੇ ਇੰਨੇ ਵੱਡੇ ਡਾਲਰ ਕਮਾ ਲਏ ਤੇ ਮੈਂ ਪਿੱਛੇ ਨਾ ਰਹਿ ਜਾਵਾਂ। ਜੇ ਤੁਸੀਂ ਆਏ ਲੇਟ ਹੈਗੇ ਤਾਂ ਤੁਸੀਂ ਰੇਸ ਦੇ ਵਿੱਚ ਉਹਨਾਂ ਤੋਂ ਪਿੱਛੇ ਹੀ ਹੈਗੇ ਹੋ, ਤੇ ਉਹਨਾਂ ਦੇ ਨਾਲ ਰੇਸ, ਪਹਿਲੀ ਗੱਲ ਤਾਂ ਕਿਸੇ ਨਾਲ ਕੰਪੀਟ ਵੀ ਨਾ ਕਰੋ। ਐਂਡ ਆਪਣੇ ਹਾਲਾਤ ਤੁਸੀਂ ਆਪਣੇ ਆਪ ਦੇਖਣੇ ਹੈਗੇ ਨੇ। ਸੋ ਪਹਿਲਾਂ ਤਾਂ ਆਹ ਦੇਖੋ ਕਿ ਮੇਰਾ ਕਿਹੜਾ ਪ੍ਰੋਗਰਾਮ ਹੈਗਾ ਆ ਟਰੱਕਿੰਗ ਨੂੰ। ਟਰੱਕਿੰਗ ਦਾ ਲਾਇਸੈਂਸ ਲੈਂਦੇ ਆ ਵੀ 6 ਮਹੀਨੇ ਅਸੀਂ ਵੇਟ ਕਰਦੇ ਰਵਾਂਗੇ ਤੇ ਵਰਕ ਪਰਮਿਟ ਨਹੀਂ ਜਾਵਾਂਗੇ, ਜਦ ਕਿ ਪ੍ਰੋਵਿੰਸਿਸ ਦੇ ਵਿੱਚ 6 ਮਹੀਨਿਆਂ ਨੂੰ ਜਾਂ ਸਾਲ ਕੰਮ ਕਰਨ ਤੋਂ ਬਾਅਦ ਤੁਸੀਂ PNP ਸਟੇਟ ਲਗਾ ਸਕਦੇ ਹੋ। ਤੁਸੀਂ 6 ਮਹੀਨੇ ਖਰਾਬ ਕਰ ਲਵਾਂਗੇ, ਬਟ ਅਸੀਂ ਜਾਣਾ ਟਰੱਕਿੰਗ ਦੇ ਵਿੱਚ ਹੀ ਹੈਗਾ। ਐਂਡ ਉਸ ਤੋਂ ਬਾਅਦ ਫਿਰ ਨਹੀਂ ਪਤਾ ਕਿ ਸਾਡੀ ਫੈਮਿਲੀ ਸਾਡੀ PR ਹੋਏਗੀ ਜਾਂ ਨਹੀਂ ਹੋਏਗੀ। ਸੋ ਗੋ ਟੂ ਦੋਜ਼ ਪ੍ਰੋਵਿੰਸਿਸ। ਜਦੋਂ ਵੀ ਕਿਸੇ ਕੰਸਲਟੈਂਟ ਨਾਲ ਬੈਠੋ, ਉਹਨਾਂ ਨਾਲ ਬੈਠ ਕੇ ਡਿਸਕਸ ਕਰੋ ਮੇਰੀ PR ਕਿਹੜੇ ਰਸਤੇ ਜਾ ਰਹੀ ਹੈ। ਨੋਵਾ ਸਕੋਸ਼ੀਆ 'ਚ ਮੇਰੀ PR ਹੋਏਗੀ, ਨਿਊ ਬ੍ਰੰਸਵਿਕ 'ਚ ਹੋਏਗੀ, ਸੈਸਕੈਚੁਅਨ 'ਚ ਹੋਏਗੀ, ਮੈਨੀਟੋਬਾ 'ਚ ਹੋਏਗੀ, ਐਲਬਰਟਾ 'ਚ ਹੋਏਗੀ ਜਾਂ ਕਿੱਥੇ ਹੋਏਗੀ। ਓਨਟਾਰੀਓ ਤੇ ਬ੍ਰਿਟਿਸ਼ ਕੋਲੰਬੀਆ ਦਾ ਮੋਹ ਥੋੜੀ ਦੇਰ ਵਾਸਤੇ ਛੱਡ ਦਿਓ, ਘੱਟੋ ਘੱਟ ਜਦ ਤੱਕ ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ ਨਹੀਂ ਹੁੰਦੀ। ਉਹ ਤੁਹਾਡਾ ਫੋਕਸ ਹੋਣਾ ਚਾਹੀਦਾ। ਇੱਕ ਹੋਰ ਮੇਰੇ ਕੋਲ ਤਰਨ ਜੀ ਆਇਆ ਜੀ, ਉਹ ਫੈਮਿਲੀ ਪੰਜਾਬ ਤੋਂ ਨਿਕਲ ਕੇ ਹੈਲੀਫੈਕਸ ਦੇ ਵਿੱਚ ਆ ਗਈ ਵਰਕ ਪਰਮਿਟ ਦੇ ਵਿੱਚ। ਉਹ ਕਹਿੰਦੇ ਜੀ ਸਾਡੇ ਘਰ ਤੋਂ 70 ਕਿਲੋਮੀਟਰ ਦੂਰ ਹੈਗਾ। ਤੇ 70 ਕਿਲੋਮੀਟਰ ਦੂਰ ਕਿਉਂ ਰਹਿਣਾ ਜੀ? ਤੁਸੀਂ ਆਪਣੇ ਘਰ ਬਿਜ਼ਨਸ ਜਿੱਥੇ ਤੁਸੀਂ ਜੌਬ ਮਿਲੀ ਹੈ ਤੁਹਾਨੂੰ, ਉੱਥੋਂ 70 ਕਿਲੋਮੀਟਰ ਦੂਰ ਕਿਉਂ ਰਹਿੰਦੇ ਪਏ ਹੋ? ਤੁਸੀਂ ਜਿੱਥੇ ਜੌਬ ਹੈਗੀ ਹੈ ਉਹਦੇ ਆਸ-ਪਾਸ 1 ਕਿਲੋਮੀਟਰ ਦੇ ਅੰਦਰ ਘਰ ਨਹੀਂ ਹੈਗੇ, ਉੱਥੇ ਘਰ ਲੈ ਲਓ। ਤੇ ਤੁਸੀਂ ਨਵਾਂ LMI ਲੈਣ ਦੇ ਚੱਕਰਾਂ ਦੇ ਵਿੱਚ ਹੈਗੇ। ਤੁਸੀਂ ਕਈ ਵਾਰੀ ਸਰਕਮਸਟੈਂਸਸ ਦੇ ਵਿੱਚ ਆਪਣੇ ਆਪ ਨੂੰ ਅਡੈਪਟ ਵੀ ਕਰਨਾ ਪੈਂਦਾ, ਆਪਣੇ ਆਪ ਨੂੰ ਕਹਿੰਦੇ ਢਾਲਣਾ ਵੀ ਪੈਂਦਾ ਹੈ ਕਿ ਉੱਥੇ 70 ਕਿਲੋਮੀਟਰ ਦੂਰ ਕਿਉਂ ਰਹਿੰਦਾ ਜੀ? ਸਾਡਾ ਵਾਕਫ ਹੈਗਾ ਪਿੰਡ ਦਾ, ਉਹ ਉੱਥੇ ਰਹਿੰਦਾ ਹੈਗਾ। ਸੋ ਤੁਸੀਂ ਆਪਣੀ ਕੰਫਰਟ ਦੇਖਦੇ ਪਏ ਹੋ, EMPLOYER ਦੀ ਕੰਫਰਟ ਨਹੀਂ ਦੇਖਦੇ ਪਏ। EMPLOYER ਨਾਲ ਤੁਸੀਂ ਆਪਣੇ ਸਰਕਮਸਟੈਂਸਸ ਦੇਖੋ ਕਿ ਜਿਹੜਾ EMPLOYER ਨੇ ਤੁਹਾਨੂੰ PR ਕਰਾਉਣਾ, ਰਿਸ਼ਤੇਦਾਰ ਨੇ ਤੁਹਾਡੇ PR ਨਹੀਂ ਕਰਵਾਉਣਾ। ਆਫ ਕੋਰਸ, ਬਿਲਕੁਲ। ਲੋਕੀ ਮਗਰ ਬਹੁਤ ਲੱਗਦੇ ਨੇ ਇੱਥੇ। ਤੇ ਸਰ ਇੱਕ ਲਾਸਟ ਮੇਰਾ ਸਵਾਲ ਹੈ ਸਿਟੀਜ਼ਨਸ਼ਿਪ ਨੂੰ ਲੈ ਕੇ। ਸਿਟੀਜ਼ਨਸ਼ਿਪ ਨੂੰ ਲੈ ਕੇ ਆਮ ਤੌਰ ਤੇ ਇਹ ਧਾਰਨਾ ਬਣਾਈ ਜਾਂਦੀ ਹੈ ਕਿ 3 ਸਾਲ ਬਾਅਦ ਤੁਸੀਂ PR ਤੇ 3 ਸਾਲ ਬਾਅਦ ਤੁਸੀਂ ਸਿਟੀਜ਼ਨਸ਼ਿਪ ਲਈ ਅਪਲਾਈ ਕਰ ਸਕਦੇ ਹੋ। ਬਟ ਐਕਚੁਅਲ ਤੁਸੀਂ ਕਦੋਂ ਕੁਆਲੀਫਾਈ ਕਰ ਸਕਦੇ ਹੋ? ਕਿ ਇਹ ਦਿਨ, ਮਹੀਨੇ, ਤਾਰੀਖ ਕਿਵੇਂ ਦੇਖ ਕੇ ਪਤਾ ਕੀਤਾ ਜਾਂਦਾ ਹੈ? ਤਰਨ ਜੀ, ਸਪੋਜ਼ ਅੱਜ ਸਿਟੀਜ਼ਨਸ਼ਿਪ ਵਾਸਤੇ ਮੈਂ ਐਪਲੀਕੇਸ਼ਨ ਲਗਾਉਣਾ ਚਾਹੁੰਦਾ ਜਾਂ ਕੋਈ ਵੀ ਐਪਲੀਕੈਂਟ ਲਗਾਉਣਾ ਚਾਹੁੰਦਾ ਹੈਗਾ, ਉਹਨਾਂ ਨੇ ਅੱਜ ਤੋਂ ਪਿਛਲੇ 5 ਸਾਲਾਂ ਦੇ ਵਿੱਚ ਦੇਖਣਾ ਹੈ ਕਿ 1095 ਦਿਨ 3 ਸਾਲ ਮੈਂ ਕੈਨੇਡਾ ਦੇ ਵਿੱਚ ਰਿਹਾ ਜਾਂ ਨਹੀਂ ਰਿਹਾ। ਸੋ ਜੇ 1095 ਦਿਨ ਕੈਨੇਡਾ ਦੇ ਵਿੱਚ ਰਿਹਾ ਹੈਗਾ ਤੇ ਮੈਂ ਆਪਣੀ ਐਪਲੀਕੇਸ਼ਨ ਸਿਟੀਜ਼ਨਸ਼ਿਪ ਦੀ ਪੁੱਟ ਅਪ ਕਰ ਸਕਦਾ ਹੈਗਾ ਜੀ। ਐਂਡ ਅੱਜ ਦੀ ਤਰੀਕ ਦੇ ਵਿੱਚ ਤਰਨ ਜੀ 2-3 ਚੀਜ਼ਾਂ ਹੋਰ ਦੇਖਣੀਆਂ ਪੈਂਦੀਆਂ। ਆਪਾਂ ਕਾਲ ਲਈ ਫਿਰ ਵੀ ਖੰਭਾ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਬ੍ਰਹਮਕਲ ਤੋਂ ਟ੍ਰਾਂਟੋ ਤੋਂ ਬੋਲਦੀ ਹਾਂ ਜੀ। ਮੈਂ ਪੁੱਛਣਾ ਸੀਗਾ ਜਿੱਦਾਂ ਕਿਤੇ ਦੀ ਉਹ ਆਪਣਾ ਮੇਰੀ ਭਤੀਜੀ ਆ, ਉਹਦਾ ਜਿੱਦਾਂ ਜਿੱਥੋਂ ਕਾਲਜ ਤੋਂ ਉਹਨੇ ਕਰੀ ਸੀਗੀ ਆਕਿਊਪੰਚਰ ਦਾ ਕੀਤਾ ਹੋਇਆ ਆ, ਤੇ ਉੱਥੋਂ ਉਹ ਜਿਹੜੇ ਪੇਪਰ ਬਣਵਾਉਣੇ ਪੈਂਦੇ, ਟ੍ਰਾਂਸਕ੍ਰਿਪਟ ਮੰਗਵਾਉਣੀ ਪੈਂਦੀ ਆ, ਉਹ ਉਹਦੇ ਹੁਣ ਕਾਲਜ ਬੰਦ ਹੋ ਗਿਆ ਯੂਨੀਵਰਸਿਟੀ, ਤੇ ਫਿਰ ਉਹਦੇ ਵਾਸਤੇ ਆਪਾਂ ਕੀ ਕਰ ਸਕਦੇ ਹਾਂ? ਮੈਨੂੰ ਸਮਝ ਨਹੀਂ ਆਇਆ। ਉਹ ਕਹਿੰਦੇ ਯੂਨੀਵਰਸਿਟੀ ਕਲੋਜ਼ ਹੋ ਗਈ ਹੈ, ਉਹਨਾਂ ਨੇ ਐਕਿਊਪੰਚਰ ਦੀ ਕੋਰਸ ਕੀਤਾ ਸੀ ਤੇ ਜਿਹੜੀਆਂ ਕਿਟਸ ਵਗੈਰਾ ਮੰਗਵਾਉਣੀਆਂ ਨੇ, ਬਟ ਉਹ ਯੂਨੀਵਰਸਿਟੀ ਬੰਦ ਹੋ ਗਈ ਹੈ। ਕੀ ਕੀਤਾ ਜਾ ਸਕਦਾ ਆ? ਆਪਾਂ ਟੀਵੀ ਸਕਰੀਨ ਤੇ ਆਂਸਰ ਦੀ, ਤੁਸੀਂ ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ 'ਚ ਕਾਲ ਕੀਤੀ ਹੈ ਜੀ।
ਭੈਣ ਜੀ ਅੱਜ ਦੀ ਤਰੀਕ ਦੇ ਵਿੱਚ ਆਈਕੈਸ ਵੈਸ ਹੁਣ ਤਾਂ ਸਾਰੀ ਚੀਜ਼ਾਂ ਨਾਰਮਲੀ ਜਿਹੜੀਆਂ ਡਿਗਰੀ ਅਸੈਸਮੈਂਟਸ ਹੈਗੀਆਂ ਆਨਲਾਈਨ ਹੀ ਹੋ ਗਈਆਂ ਹੈਗੀਆਂ ਬਟ ਆਨਲਾਈਨ ਦੇ ਵਿੱਚ ਵੀ ਤੁਹਾਨੂੰ ਆਪਣੀ ਯੂਨੀਵਰਸਿਟੀਜ਼ ਤੋਂ ਇੱਕ ਈਮੇਲ ਕਰਵਾਉਣੀ ਪੈਂਦੀ ਹੈਗੀ ਹੈ ਡਾਕੂਮੈਂਟ ਵੈਰੀਫਿਕੇਸ਼ਨਸ ਕਰਵਾਉਣੀਆਂ ਪੈਂਦੀਆਂ ਹੈਗੀਆਂ ਸਪੋਜ਼ ਜੇ ਉਹ ਯੂਨੀਵਰਸਿਟੀ ਬੰਦ ਹੋ ਗਈ ਹੈ ਅਨਫੋਰਚੂਨੇਟਲੀ ਉਹ ਅਸੈਸਮੈਂਟ ਨਹੀਂ ਹੋ ਪਾਏਗੀ ਤੇ ਤੁਹਾਨੂੰ ਯੂ ਹੈਵ ਟੂ ਲੁੱਕ ਫॉर ਅਦਰ ਵੇਜ਼ ਕਿ ਮੈਂ ਪੀਆਰ ਹੋਰ ਕਿਸ ਰਸਤੇ ਲੈ ਸਕਦਾ ਹੈਗਾ ਸੋ ਐਜੂਕੇਸ਼ਨ ਜੋ ਗ੍ਰੇਡ 12 ਹੈਗੀ ਉਹਨੂੰ ਹੀ ਕੰਸੀਡਰ ਕਰਨਾ ਪਏਗਾ ਉਹਦੀ ਤਾਂ ਅਸੈਸਮੈਂਟ ਹੋ ਹੀ ਜਾਏਗੀ ਬਿਕੋਜ਼ ਉਹ ਤਾਂ ਕੋਈ ਵੀ ਬੋਰਡ ਬੰਦ ਨਹੀਂ ਹੋਇਆ ਹਾਂ ਕੋਈ ਤੁਸੀਂ ਜੇ 1-on-1 ਕੇਸ ਡਿਸਕਸ ਕਰਨਾ ਚਾਹੁੰਦੇ ਹੋ ਤੇ ਸਾਡੇ ਨਾਲ ਆਫਿਸ ਦੇ ਵਿੱਚ ਕਾਲ ਕਰਕੇ ਆਈ ਕੈਨ ਡਿਸਕਸ ਦੈਟ ਵਿਦ ਯੂ ਜੀ ਬਿਲਕੁਲ ਤੇ ਆਪਾਂ ਵਾਪਸ ਆਈਏ ਗੱਲਬਾਤ ਕਰ ਰਹੇ ਸੀ ਆਪਾਂ ਟੌਪਿਕ ਦੇ ਬਾਰੇ ਵਿੱਚ ਬਿਲਕੁਲ ਤਰਨ ਜੀ ਇੱਕ ਚੀਜ਼ ਹੈਗੀ ਹੈ ਕਿ ਪਿਛਲੇ 50 ਸਾਲਾਂ ਦੇ ਵਿੱਚ 3 ਸਾਲ ਤੁਹਾਡਾ ਕੈਨੇਡਾ ਦੇ ਵਿੱਚ ਸਟੇ ਜ਼ਰੂਰ ਹੋਣਾ ਚਾਹੀਦਾ ਹੈ ਸਿਟੀਜ਼ਨਸ਼ਿਪ ਵਾਸਤੇ ਐਂਡ ਇੱਕ ਚੀਜ਼ ਹੋਰ ਆਉਂਦੀ ਹੈ ਕਿ ਜੇ ਤੁਹਾਡਾ ਸਪਾਊਸ ਸਿਟੀਜ਼ਨ ਹੈਗੇ ਨੇ ਤੁਸੀਂ ਐਜ਼ ਅ ਪੀਆਰ ਹੈਗੇ ਹੋ ਤੁਸੀਂ ਬਾਹਰ ਰਹਿੰਦੇ ਹੋ ਉਹਨਾਂ ਦੇ ਨਾਲ 5 ਸਾਲ ਦੇ 5 ਕਿਉਂਕਿ ਪੀਆਰ ਕਾਰਡ ਦੀ ਵੈਲਿਡਿਟੀ ਹੁੰਦੀ ਹੈ 5 ਸਾਲ ਵਾਸਤੇ ਸੋ ਪੀਆਰ ਜਦੋਂ ਆਇਆ ਮਹੀਨਾ ਤੁਸੀਂ ਕੈਨੇਡਾ ਦੇ ਵਿੱਚ ਰਹੇ ਤੇ 4 ਸਾਲ ਤੇ 10 ਮਹੀਨੇ ਜਾਂ 11 ਮਹੀਨੇ ਤੁਸੀਂ ਬਾਹਰ ਰਹੇ ਬਟ ਤੁਸੀਂ ਆਪਣੇ ਸਪਾਊਸ ਦੇ ਨਾਲ ਰਹੇ ਜਿਹੜਾ ਸਿਟੀਜ਼ਨ ਹੈਗਾ ਤੇ ਤੁਸੀਂ ਪੀਆਰ ਰਿਨਿਊਅਲ ਵਾਸਤੇ ਐਲੀਜੀਬਲ ਹੈਗੇ ਹੋ ਸਿਟੀਜ਼ਨਸ਼ਿਪ ਵਾਸਤੇ ਐਲੀਜੀਬਲ ਨਹੀਂ ਹੈਗੇ ਸੋ ਕਿਉਂਕਿ ਤੁਸੀਂ ਪੀਆਰ ਦੀ ਵੀ ਰਿਕੁਆਇਰਮੈਂਟਸ ਆਬਲੀਗੇਸ਼ਨਸ ਮੀਟ ਨਹੀਂ ਕੀਤੀਆਂ ਬਿਕੋਜ਼ ਪੀਆਰ ਦੀ ਰਿਕੁਆਇਰਮੈਂਟਸ ਆਬਲੀਗੇਸ਼ਨਸ ਹੈਗੀਆਂ ਪਿਛਲੇ 5 ਸਾਲਾਂ ਦੇ ਵਿੱਚ 2 ਸਾਲ ਤੁਸੀਂ ਕੈਨੇਡਾ ਦੇ ਵਿੱਚ ਸਟੇ ਜ਼ਰੂਰ ਕੀਤਾ ਹੋਣਾ ਚਾਹੀਦਾ ਸੋ ਜੇ ਉਹ ਨਹੀਂ ਕੀਤਾ ਤੇ ਤੁਸੀਂ ਪੀਆਰ ਰਿਨਿਊਅਲ ਵਾਸਤੇ ਤਾਂ ਐਲੀਜੀਬਲ ਹੈਗੇ ਹੋ ਬਿਕੋਜ਼ ਆਫ ਯੋਰ ਸਪਾਊਸ ਤੇ ਉਹਨਾਂ ਦੀ ਸਿਟੀਜ਼ਨਸ਼ਿਪ ਕਰਤੇ ਬਟ ਤੁਸੀਂ ਆਪਣੀ ਸਿਟੀਜ਼ਨਸ਼ਿਪ ਲਗਾਉਣ ਵਾਸਤੇ ਐਲੀਜੀਬਲ ਨਹੀਂ ਸੋ ਆਪਣੀ ਸਿਟੀਜ਼ਨਸ਼ਿਪ ਜਦੋਂ ਵੀ ਲਗਾਣੀ ਹੈ ਤੁਸੀਂ ਪਿਛਲੇ 5 ਸਾਲਾਂ ਦੇ ਵਿੱਚ 3 ਸਾਲ ਕੈਨੇਡਾ ਸਟੇ ਹੋਣਾ ਚਾਹੀਦਾ ਦੂਸਰਾ 54 ਤੱਕ ਤੁਹਾਨੂੰ ਟੈਸਟ ਲਿਖਣਾ ਪੈਂਦਾ ਨੌਲੇਜ ਟੈਸਟ ਅਸੀਂ ਜਿਹੜਾ ਕਹਿੰਦੇ ਆ 54 ਤੋਂ ਬਾਅਦ 18 ਤੋਂ 54 ਤੱਕ ਨੌਲੇਜ ਟੈਸਟ ਲਿਖਣਾ ਪੈਂਦਾ 54 ਤੋਂ ਬਾਅਦ ਜਾਂ 18 ਤੋਂ ਪਹਿਲੇ ਤੁਹਾਨੂੰ ਨੌਲੇਜ ਟੈਸਟ ਵੀ ਲਿਖਣਾ ਨਹੀਂ ਪੈਂਦਾ ਤੀਸਰੀ ਰਿਕੁਆਇਰਮੈਂਟ ਹੈਗੀ ਲੈਂਗੁਏਜ ਦੀ ਉਹ ਅਸੀਂ ਬਾਅਦ ਚ ਆਵਾਂਗੇ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਪੁੱਛਣਾ ਚਾਹਣਾ ਹੈ ਜੀ ਵੀ ਜੇ ਇੰਡੀਆ ਨਰਸ ਹੋਵੇ ਤੇ ਸਾਡੀ ਲੜਕੀ ਇੱਕ ਨਰਸ ਹੈ ਇੱਕ ਟੀਚਰ ਆ ਉਹਦੇ ਲਈ ਕੈਨੇਡਾ ਆਉਣ ਲਈ ਕੀ ਕਰਨਾ ਚਾਹੀਦਾ ਜੀ ਨਰਸਰੀ ਤੇ ਟੀਚਰ ਜੀ ਸਰ ਕੁਝ ਪੁੱਛਣਾ ਚਾਹੁੰਦੇ ਹੋ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ ਜੀ ਸਰ ਓਕੇ ਇਸ ਟਾਈਮ ਤੇ ਜਿੰਨੇ ਵੀ ਹੈਲਥ ਕੇਅਰ ਵਰਕਰਸ ਹੈਗੇ ਨੇ ਉਹ ਪ੍ਰਾਇੋਰਟੀ ਲਿਸਟ ਦੇ ਵਿੱਚ ਹੈਗੇ ਨੇ ਸੋ ਅਸੀਂ ਨਰਸਿਸ ਦੀ ਗੱਲ ਕਰ ਲਈਏ ਡਾਕਟਰਸ ਦੀ ਗੱਲ ਕਰ ਲਈਏ ਫਿਜ਼ੀਸ਼ੀਅਨਸ ਦੀ ਗੱਲ ਕਰ ਲਈਏ ਡੈਂਟਿਸਟ ਦੀ ਗੱਲ ਕਰ ਲਈਏ ਡੈਂਚਰਿਸਟ ਦੀ ਗੱਲ ਕਰ ਲਈਏ ਜਿੰਨੇ ਵੀ ਟੈਕਨੀਸ਼ੀਅਨਸ ਹੈਗੇ ਉਹ ਵੀ ਸਾਰੇ ਇਸ ਟਾਈਮ ਤੇ ਪ੍ਰਾਇੋਰਟੀ ਲਿਸਟ ਦੇ ਵਿੱਚ ਹੈਗੇ ਨੇ ਸੋ ਬਿਲਕੁਲ ਤੁਹਾਡੀ ਲੜਕੀ ਦੀ ਐਪਲੀਕੇਸ਼ਨ ਤੁਸੀਂ ਪੁੱਟ ਅਪ ਕਰਨੀ ਚਾਹੀਦੀ ਹੈ ਜੀ ਪ੍ਰੋਫਾਈਲ ਕ੍ਰੀਏਟ ਕਰਨਾ ਚਾਹੀਦਾ ਉਹਨਾਂ ਦੀ ਡਿਟੇਲ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਕਿਸੇ ਕੰਸਲਟੈਂਟ ਲਾਇਰ ਦੇ ਨਾਲ ਵੀ ਸ਼ੇਅਰ ਕਰ ਸਕਦੇ ਹੋ ਐਂਡ ਸਾਡੇ ਕੋਲ ਆਈਸੀਸੀ ਇਮੀਗ੍ਰੇਸ਼ਨ ਕੋਲ 2-3 ਓਪਨਿੰਗਸ ਵੀ ਨਰਸਿੰਗ ਦੀਆਂ ਮੌਜੂਦ ਹੈਗੀਆਂ ਵਰਕ ਪਰਮਿਟ ਵਾਸਤੇ ਐਂਡ ਇਵੈਂਚੁਅਲੀ ਉਹ ਪੁਆਇੰਟਸ ਤੁਹਾਨੂੰ ਐਡ ਹੋ ਸਕਦੇ ਨੇ ਤੁਸੀਂ ਉਹਨਾਂ ਦੀ ਡਿਟੇਲ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਉਹਨਾਂ ਦੇ ਰੈਜ਼ੂਮੇ ਦੇਖਣਾ ਜੀ ਮੈਂ ਕਿ ਉਹਨਾਂ ਦਾ ਸੀਵੀ ਕੀ ਕਹਿ ਰਿਹਾ ਹੈਗਾ ਦੂਸਰਾ ਉਹਨਾਂ ਦੀ ਡਿਗਰੀ ਅਸੈਸਮੈਂਟਸ ਹੋਈਆਂ ਜਾਂ ਆਈਲੈਟਸ ਦਾ ਸਕੋਰ ਕਾਰਡ ਕਿਸ ਤਰ੍ਹਾਂ ਦਾ ਹੈਗਾ ਉਹਨਾਂ ਦੇ ਆਈਲੈਟ ਦੇ ਸਕੋਰ ਕਿੰਨੇ ਹੈਗੇ ਨੇ ਸੋ ਆਹ 3 ਚੀਜ਼ਾਂ ਸਾਡੇ ਨਾਲ ਸ਼ੇਅਰ ਕਰ ਦਿਓ ਤੇ ਵੀ ਮਾਈਟ ਬੀ ਏਬਲ ਟੂ ਅਸਿਸਟ ਯੂ ਕਿ ਕਿਹੜਾ ਆਪਸ਼ਨ ਉਹਨਾਂ ਨੂੰ ਲੈਣਾ ਚਾਹੀਦਾ ਹੈ ਜੀ ਲੈਂਗੁਏਜ ਰਿਕੁਆਇਰਮੈਂਟ ਦੀ ਗੱਲ ਕਰ ਰਹੇ ਸੀ ਅਸੀਂ ਬਿਲਕੁਲ ਤੀਸਰਾ ਤਰਨ ਜੀ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਦੇ ਵਿੱਚ ਪਹਿਲੀ ਤਾਂ ਸਟੇ ਦੀ ਹੋ ਗਈ 3 ਸਾਲ ਕੈਨੇਡਾ ਦੇ ਵਿੱਚ 1095 ਦਿਨ ਪੂਰੇ ਹੋਣੇ ਚਾਹੀਦੇ ਨੇ ਦੂਸਰਾ ਹੋ ਗਿਆ ਕਿ 54 ਤੱਕ ਤੁਹਾਨੂੰ ਟੈਸਟ ਦੇਣਾ ਪੈਣਾ 18 ਤੋਂ 18 ਤੋਂ 54 ਤੱਕ ਤੀਸਰਾ ਹੈਗਾ ਕਿ ਲੈਂਗੁਏਜ ਦੀ ਵੀ ਰਿਕੁਆਇਰਮੈਂਟ ਹੈਗੀ ਹੈ ਸੋ ਲੈਂਗੁਏਜ ਦੀ ਰਿਕੁਆਇਰਮੈਂਟ ਦੇ ਵਿੱਚ ਦੇਖਿਆ ਜਾਂਦਾ ਕਿ ਜੇ ਤੇ ਤੁਹਾਡੀ ਐਜੂਕੇਸ਼ਨ ਇੰਗਲਿਸ਼ ਮੀਡੀਅਮ ਦੇ ਵਿੱਚ ਹੈਗੀ ਹੈ ਤੇ ਤੁਸੀਂ ਉਹ ਡਾਕੂਮੈਂਟਰੀ ਐਵੀਡੈਂਸਸ ਦੇ ਸਕਦੇ ਹੋ ਤੇ ਤੁਹਾਨੂੰ ਕੋਈ ਟੈਸਟ ਇੰਗਲਿਸ਼ ਦਾ ਪ੍ਰੂਵ ਕਰਨ ਦੀ ਲੋੜ ਨਹੀਂ ਲੈਂਗੁਏਜ ਸਕਿੱਲਸ ਨਹੀਂ ਤਾਂ ਤੁਹਾਨੂੰ ਨਿਊ ਕਮਰ ਸੈਂਟਰ ਦੇ ਵਿੱਚ ਜਾ ਕੇ ਇੰਗਲਿਸ਼ ਦਾ ਸਰਟੀਫਿਕੇਟ ਲੈਣਾ ਪੈਂਦਾ ਜਾਂ ਆਈਲੈਟ ਦੇ 4 ਬੈਂਡ ਦਾ ਸਰਟੀਫਿਕੇਟ ਲੈਣਾ ਪੈਂਦਾ ਸੋ ਉਹ ਚੀਜ਼ਾਂ ਤੁਹਾਨੂੰ ਲੈਂਗੁਏਜ ਦੀ ਪ੍ਰੋਫੀਸ਼ੀਐਂਸੀ ਨੂੰ ਫੁੱਲਫਿਲ ਕਰਦੀਆਂ ਹੈਗੀਆਂ ਤੁਹਾਡੀ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਵਾਸਤੇ ਜੀ ਸਰ ਹੁਣ ਆਪਣਾ ਸਮਾਂ ਜਿਹੜਾ ਇਜਾਜ਼ਤ ਲੈਣ ਦਾ ਹੋ ਰਿਹਾ ਸੋ ਤੁਹਾਡੇ ਕੋਲ ਵੀ ਕੁਝ ਵੈਕੈਂਸੀਜ਼ ਹੁੰਦੀਆਂ ਨੇ ਜੇਕਰ ਕੋਈ ਓਪਰਚੁਨਿਟੀ ਹੈ ਜਿਹੜੇ ਇਸ ਵਕਤ ਖਾਸ ਤੌਰ ਤੇ ਵਿਜ਼ਟਰ ਵੀਜ਼ਾ ਤੋਂ ਵਰਕ ਪਰਮਿਟ ਤੇ ਆਉਣਾ ਚਾਹੁੰਦੇ ਨੇ ਸੋ ਕੁਝ ਕਹਿਣਾ ਚਾਹੋਗੇ ਤੁਸੀਂ ਬਿਲਕੁਲ ਤਰਨ ਜੀ ਸਭ ਤੋਂ ਪਹਿਲਾਂ ਇੱਕ ਚੀਜ਼ ਜੀ ਕਿ ਜੇ ਤੁਸੀਂ ਵਿਦਿਨ ਕੈਨੇਡਾ ਪ੍ਰੈਜ਼ੈਂਟ ਹੈਗੇ ਹੋ ਵਿਜ਼ਿਟ ਵੀਜ਼ਾ ਤੇ ਆਏ ਹੋਏ ਹੋ ਐਂਡ LMIA ਲੈ ਕੇ ਪਰਮਾਨੈਂਟ ਰੈਜ਼ੀਡੈਂਸੀ ਲੈਣਾ ਚਾਹੁੰਦੇ ਹੈਗੇ ਹੋ ਤੇ ਇੱਕ ਵਾਰੀ ICC ਇਮੀਗ੍ਰੇਸ਼ਨ ਤੇ ਸਾਨੂੰ ਜ਼ਰੂਰ ਕੰਟੈਕਟ ਕਰ ਲਓ ਆ ਕੇ ਮਿਲ ਲਓ ਸਾਡੇ ਕੋਲ ਕੁਝ ਇੱਕ ਬਲੂ ਕਾਲਰ ਜੌਬਸ ਹੈਗੀਆਂ ਜਿਹੜੀਆਂ ਤੁਹਾਨੂੰ PNP ਵਾਸਤੇ ਕੁਆਲੀਫਾਈ ਕਰਾ ਸਕਦੀਆਂ ਹੈਗੀਆਂ ਐਂਡ ਨਾਲ ਦੀ ਨਾਲ ਨਰਸਿਸ ਵਾਸਤੇ ਜਿਸ ਤਰ੍ਹਾਂ ਹੁਣੇ ਸਾਨੂੰ ਫੋਨ ਆਇਆ ਸੀਗਾ ਜੇ ਕੋਈ ਵੀ ਪਾਈਪਲਾਈਨ ਸਾਨੂੰ ਸੁਣ ਰਿਹਾ ਹੈਗਾ ਪਿਛਲੇ ਸਾਲ 2 ਸਾਲ 3 ਸਾਲ ਤੋਂ ਕੇਅਰ ਗਿਵਰ ਦੀ ਟਰਾਈ ਕਰ ਰਿਹਾ ਤੇ ਥਰੂ ਨਹੀਂ ਹੋ ਰਹੀ ਤੇ ਉਹਨਾਂ ਕੋਲ BSc ਨਰਸਿੰਗ ਹੈਗੀ ਜਾਂ ਨਰਸਿੰਗ ਦੀ GNM ਵੀ ਹੈਗੀ ਹੈ ਐਂਡ
ਲੈਂਗੁਏਜ ਸਕਿੱਲਸ ਅੱਛੀਆਂ ਹੈਗੀਆਂ ਤੇ ਆਪਣਾ CV ਸਾਡੇ ਨਾਲ ਸ਼ੇਅਰ ਕਰ ਦਿਓ, ਅਸੀਂ ਤੁਹਾਡੀ ਇੰਟਰਵਿਊ ਕਰਵਾਵਾਂਗੇ। ਇਫ ਇਟ ਗੋਸ ਥਰੂ, ਕਮ ਇਨ ਐਂਡ ਵਰਕ ਫॉर दैट एम्प्लॉयर ਐਂਡ ਤੁਸੀਂ LMIA ਵਾਸਤੇ ਵਰਕ ਪਰਮਿਟ ਵਾਸਤੇ ਕੁਆਲੀਫਾਈ ਹੋ ਗਏ, PR ਦੀ ਵੀ ਆਪਸ਼ਨਸ ਵਾਸਤੇ ਤੁਹਾਡੀਆਂ ਆਪਸ਼ਨਸ ਖੁੱਲ ਸਕਦੀਆਂ ਜੀ ਸਰ। ਤੁਹਾਡੇ ਨਾਲ ਕਦੋਂ ਕਿਵੇਂ ਕਿੱਥੇ ਕੰਟੈਕਟ ਕੀਤਾ ਜਾ ਸਕਦਾ? ਤਰਨ ਜੀ ਸਾਡਾ ਆਫਿਸ ਮਿਸਿਸਾਗਾ ਦੇ ਵਿੱਚ ਹੈਗਾ, ਹੈਡ ਆਫਿਸ 1137 1137 ਡੇਰੀ ਰੋਡ ਈਸਟ। ਫੋਨ ਨੰਬਰ ਹੈਗਾ ਜੀ 905 461 2424 905 461 2424। ਸਾਡਾ WhatsApp ਨੰਬਰ ਹੈਗਾ 647 850 9000 647 850 9000। ਐਂਡ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਖਾਸ ਕਰ ਜਿਹੜੇ ਗ੍ਰੇਡ 12 ਕਰਕੇ ਆਏ ਹੋਏ ਨੇ, ਮੂਵ ਆਊਟ ਫਰੋਮ ਯੋਰ ਕੰਫਰਟ ਜ਼ੋਨ। GTA ਦੇ ਵਿੱਚੋਂ, ਓਨਟਾਰੀਓ ਦੇ ਵਿੱਚੋਂ, ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ ਨਿਕਲ ਕੇ ਲੁੱਕ ਫॉर ਆਪਸ਼ਨਸ ਇਨ ਅਦਰ ਪ੍ਰੋਵਿੰਸਸ। ਐਂਡ ਜਿੱਥੇ ਵੀ ਤੁਸੀਂ ਕੰਮ ਕਰ ਰਹੇ ਹੋ, ਈਵਨ ਰਿਮੋਟ ਦੇ ਵਿੱਚ ਕਿਤੇ ਕੰਮ ਕਰ ਰਹੇ ਹੋ, ਜੇ ਤੁਹਾਨੂੰ LMIA ਦੇ ਵਿੱਚ ਤੇ PNP ਵਾਸਤੇ ਹੈਲਪ ਚਾਹੀਦੀ ਹੈਗੀ, ਇੱਕ ਵਾਰੀ ਸਾਡੇ ਆਫਿਸ ਤੇ ਜ਼ਰੂਰ ਕੰਟੈਕਟ ਕਰੋ। ਵੀ ਆਰ ਅ ਟੀਮ ਵਿਚ ਇਜ਼ ਨੋਨ ਫॉर ਕ੍ਰਿਸਟਲ ਕਲੀਅਰ ਐਂਡ ਟ੍ਰਾਂਸਪੇਰੈਂਟ ਐਡਵਾਈਸ। ਸਾਨੂੰ 16 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋਏ। ਐਂਡ ਵੀ ਆਰ ਅ ਟੀਮ ਜਿੱਥੇ RD ਤੇ ਮਨੂ ਦੱਤਾ ਐਂਡ ਰਿਪੂ ਦਮਨ ਢਿੱਲੋਂ ਵੱਲੋਂ ਵੀ 4 ਹੋਰ ਰੈਗੂਲੇਟਡ ਕੰਸਲਟੈਂਟਸ ਹੈਗੇ ਨੇ ਸਾਡੇ ਆਫਿਸ ਦੇ ਵਿੱਚ। ਸੋ ਜਿਹੜੇ ਵੀ ਤੁਹਾਡੇ ਫਾਈਲ ਦੇ ਉੱਤੇ ਕੰਮ ਕਰਦੇ ਨੇ, ਦੇ ਆਰ ਰੈਗੂਲੇਟਡ, ਦੇ ਨੋ ਦ ਲਾਅ ਮਚ ਬੈਟਰ ਦੈਨ ਐਨੀਬਡੀ ਐਲਸ। ਥੈਂਕ ਯੂ ਸੋ ਮਚ ਸਰ ਸਾਡੇ ਪ੍ਰੋਗਰਾਮ ਚ ਆਉਣ ਲਈ। ਥੈਂਕ ਯੂ ਤਰਨ ਜੀ, ਇਟ ਇਜ਼ ਆਲਵੇਜ਼ ਅ ਪਲੇਜ਼ਰ ਜੀ। ਸੋ ਦੋਸਤੋ, ਇਸੇ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਸਾਨੂੰ ਹੁਣ ਵੀ ਕਾਫੀ ਕਾਲਸ ਆ ਰਹੀਆਂ ਨੇ, ਮਾਫੀ ਚਾਹਾਂਗੇ ਕਿ ਸਮਾਂ ਘੱਟ ਹੋਣ ਦੇ ਚੱਲਦਿਆਂ ਹੋਰ ਕਾਲਸ ਅਟੈਂਡ ਨਹੀਂ ਕਰ ਸਕਦੇ। ਹੁਣ ਤੁਸੀਂ ਡਾਇਰੈਕਟਲੀ ICC ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ। ਇਸ ਦੇ ਨਾਲ ਹੀ ਫਿਲਹਾਲ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।